ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਅੱਜ ਵਿਨੀਪੈਗ ਵਿੱਚ ਇੱਕ ਨਵਾਂ ਇੰਸਟੀਚਿਊਸ਼ਨ ਜਿਹਦੇ ਤੇ ਮਾਣ ਕੀਤਾ ਜਾ ਸਕਦਾ ਖੋਲ੍ਹਣ ਵਾਸਤੇ ਪੂਰੀਆਂ ਤਿਆਰੀਆਂ ਮੁਕੰਮਲ ਕਰ ਚੁੱਕੇ ਕੈਨ ਏਸ਼ੀਆ ਸਕੂਲ ਦੇ ਐਡਮਿਨਿਸਟ੍ਰੇਸ਼ਨ ਦੇ ਜ਼ਿੰਮੇਵਾਰ ਵਿਅਕਤੀ ਸਾਡੇ ਸਟੂਡੀਓ 'ਚ ਹਾਜ਼ਰ ਨੇ, ਡਾਕਟਰ ਰੋਬਨ ਬਰਾੜ ਤੇ ਡਾਕਟਰ ਵਿਸ਼ਵਦੀਪ ਸਿੰਘ ਬਰਾੜ। ਸਤਿ ਸ਼੍ਰੀ ਅਕਾਲ ਜੀ। ਉਂਝ ਤਾਂ ਜੀ ਸਾਰੇ ਸਕੂਲ ਪਬਲਿਕ ਸਕੂਲ ਹੈ, ਪਬਲਿਕ ਸਕੂਲ ਉੱਥੇ ਅਸੀਂ ਬੈਕ ਹੋਮ 'ਚ ਪਬਲਿਕ ਸਕੂਲ ਉਹਨੂੰ ਕਹਿੰਦੇ ਜਿਹੜਾ ਪ੍ਰਾਈਵੇਟ ਹੋਵੇ ਤੇ ਦੂਜੇ ਨੂੰ ਸਰਕਾਰੀ ਸਕੂਲ ਕਹਿੰਦੇ। ਇੱਥੇ ਪਬਲਿਕ ਉਹ ਹੈ ਜਿਹੜਾ ਸਰਕਾਰੀ ਹੈ, ਦੂਸਰੇ ਪ੍ਰਾਈਵੇਟ ਹੈ। ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਦੇ ਆ ਜੀ, ਐਜੂਕੇਸ਼ਨ ਉਹਨਾਂ ਦੀ ਫ੍ਰੀ ਹੈਗੀ ਆ। ਬਹੁਤ ਸਾਰੇ ਪੇਰੈਂਟਸ ਇਹ ਮਹਿਸੂਸ ਕਰਦੇ ਆ ਕਿ ਫ੍ਰੀ ਐਜੂਕੇਸ਼ਨ ਦੀ ਲੋੜ ਨਹੀਂ ਹੈ, ਚੰਗੀ ਐਜੂਕੇਸ਼ਨ ਦੀ ਲੋੜ ਹੈ। ਸਿਸਟਮ ਜਿਹੜਾ ਫਾਲਟੀ ਹੈ ਕਿਤੇ ਨਾ ਕਿਤੇ। ਅਸੀਂ ਪਹਿਲਾਂ ਵੀ ਗੱਲ ਇਸ ਟੌਪਿਕ 'ਤੇ ਕਰ ਚੁੱਕੇ ਆਪਣੇ ਸਟੂਡੀਓ ਵਿੱਚ ਕਿ ਫਾਲਟੀ ਜਿਹੜਾ ਸਿਸਟਮ ਹੈ ਇਹਨੂੰ ਛੇਤੀ ਕਿਤੇ ਠੀਕ ਤਾਂ ਨਹੀਂ ਕੀਤਾ ਜਾ ਸਕਦਾ, ਪਰ ਇਹਦਾ ਇੱਕ ਆਲਟਰਨੇਟਿਵ ਉਸਾਰਿਆ ਜਾ ਸਕਦਾ। ਤੁਸੀਂ ਇੱਕ ਆਲਟਰਨੇਟਿਵ ਉਸਾਰਿਆ ਜੀ, ਕੈਨ ਏਸ਼ੀਆ ਸਕੂਲ ਸ਼ੁਰੂ ਕਰਨ ਜਾ ਰਹੇ ਹੋ। ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ। ਥੈਂਕ ਯੂ ਸੋ ਮਚ। ਇਹ ਬੜੀ ਚੰਗੀ ਗੱਲ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਪੜ੍ਹੇ ਲਿਖੇ ਜਿਹੜੇ ਲੋਕ ਆਏ ਨੇ ਉਹਨਾਂ ਨੇ ਇੱਕ ਡਿਫਰੈਂਟ ਜਿਹੜੀਆਂ ਲਾਈਨ ਅਖਤਿਆਰ ਕਰਕੇ ਡਿਫਰੈਂਟ ਵੇ ਨਾਲ ਸਮਾਜ ਦੀ ਸੁਸਾਇਟੀ ਦੀ ਸੇਵਾ ਕਰਨ ਦਾ ਪੀੜਾ ਚੁੱਕਿਆ ਹੈਗਾ। ਉਹਨਾਂ ਵਿੱਚੋਂ ਤੁਸੀਂ ਦੋਨੋਂ ਭਰਾ ਵੀ ਇਸ ਮਾਮਲੇ ਵਿੱਚ ਅੱਗੇ ਆਏ ਹੋ, ਸਾਡੇ ਲਈ ਇਹ ਮਾਣ ਵਾਲੀ ਗੱਲ ਹੈ। ਕੈਨ ਏਸ਼ੀਆ ਸਕੂਲ ਜਿਹੜਾ ਹੈ ਇਹ ਕੀ ਕੰਸੈਪਟ ਇਹਦਾ ਬਾਰੇ ਕਲੀਅਰ ਕਰੋ ਜਰਾ। ਦੇਖੋ ਜੀ, ਪਹਿਲਾਂ ਤਾਂ ਸਾਰੇ ਦੇਖਣ ਵਾਲਿਆਂ ਨੂੰ ਕੁਝ ਗੱਲਾਂ ਇੰਪੋਰਟੈਂਟ ਕਲੀਅਰ ਕਰਨੀਆਂ ਚਾਹਾਂਗੇ ਕਿ ਕੈਨ ਏਸ਼ੀਆ ਸਕੂਲ ਵਿਨੀਪੈਗ ਦੇ ਵਿੱਚ ਇੱਕ ਨਵਾਂ ਉਪਰਾਲਾ ਅਸੀਂ ਲੈ ਕੇ ਆਏ ਹਾਂ। ਉਹ ਹੈ ਮਲਟੀ ਕਲਚਰਲ ਕੈਨੇਡੀਅਨ ਸਕੂਲ। ਇਹ ਸਕੂਲ ਦੇ ਵਿੱਚ ਹਰੇਕ ਕਮਿਊਨਿਟੀ ਦੇ ਬੱਚਿਆਂ ਨੂੰ ਅਸੀਂ ਵੈਲਕਮ ਕਰਨਾ ਜੀ। ਜਿੱਥੇ ਆਪਾਂ ਗੱਲ ਕਰ ਰਹੇ ਸੀ ਕਿ ਪਬਲਿਕ ਸਕੂਲ ਦੀ ਐਜੂਕੇਸ਼ਨ ਫ੍ਰੀ ਆ, ਪ੍ਰਾਈਵੇਟ ਦੀ ਫ੍ਰੀ ਨਹੀਂ ਹੁੰਦੀ। ਪਬਲਿਕ ਸਕੂਲ ਦੇ ਵਿੱਚ ਐਜੂਕੇਸ਼ਨ 'ਚ ਲੋਕ ਮੰਨਦੇ ਨੇ ਕੁਝ ਡਰਾਬੈਕਸ ਨੇ, ਅਸੀਂ ਮੰਨਦੇ ਹਾਂ ਕਿ ਨਹੀਂ, ਡਰਾਬੈਕਸ ਨਹੀਂ ਹੈ। ਕਈ ਗੱਲਾਂ ਅਸੀਂ ਪਬਲਿਕ ਸਕੂਲ ਤੋਂ ਸਿੱਖੀਆਂ ਜਿਹਦੇ ਕਰਕੇ ਕਿ ਅਸੀਂ ਇਹ ਉਪਰਾਲਾ ਮੂਹਰੇ ਲੈ ਕੇ ਆਉਂਦਾ। ਪਹਿਲਾਂ ਗੱਲ ਥੋੜ੍ਹੀ ਜਿਹੀ ਕਲੀਅਰ ਕਰਾਂਗਾ ਕਿ ਪਬਲਿਕ ਸਕੂਲ ਦੀ ਜਿਹੜੀ ਐਜੂਕੇਸ਼ਨ ਹੈ ਉਹ ਕੈਨੇਡੀਅਨ ਕੰਸੈਪਟ ਦੇ ਵਿੱਚ ਬਣੀ ਹੋਈ ਐਜੂਕੇਸ਼ਨ ਹੈ, ਜਿਹੜੀ ਇਮੀਗ੍ਰੈਂਟਸ ਨੂੰ ਲੱਗਦਾ ਵੀ ਸ਼ਾਇਦ ਠੀਕ ਨਹੀਂ ਹੈ, ਸ਼ਾਇਦ ਸਟਰਕਚਰ ਠੀਕ ਨਹੀਂ, ਸ਼ਾਇਦ ਪੜ੍ਹਾਉਣ ਦਾ ਸਟਾਈਲ ਠੀਕ ਨਹੀਂ। ਕਿਉਂਕਿ ਇਮੀਗ੍ਰੈਂਟਸ ਆਪਦੇ ਮੁਲਕ ਵਾਲਾ ਕੰਸੈਪਟ ਇੱਥੇ ਦੇਖਣਾ ਚਾਹੁੰਦੇ ਨੇ। ਉਹ ਕੰਸੈਪਟ ਨਹੀਂ ਦੇਖਦੇ, ਉਹ ਹੈ ਹੀ ਨਹੀਂ ਇੱਥੇ, ਉਹ ਡਿਫਰੈਂਟ ਹੈ। ਇਹਨਾਂ ਦਾ ਕੰਸੈਪਟ ਡਿਫਰੈਂਟ ਹੈ। ਸਾਨੂੰ ਉਹ ਲੱਗਦਾ ਕਿ ਸ਼ਾਇਦ ਗਲਤ ਹੈ, ਉਹ ਗਲਤ ਨਹੀਂ ਹੈ, ਉਹ ਡਿਫਰੈਂਟ ਹੈ। ਅਸੀਂ ਇਹ ਉਪਰਾਲਾ ਤਾਂ ਲਿਆ ਕੇ ਆਂਦਾ ਕਿ ਉਹੀ ਕੰਸੈਪਟ ਜਿਹੜਾ ਬੈਕ ਹੋਮ ਸੀ ਉਹਨੂੰ ਅਸੀਂ ਇੱਥੇ ਲਿਆਈਏ। ਠੀਕ ਹੈ ਜੀ। ਸੋ ਤਾਂ ਹੀ ਇਹਨੂੰ ਅਸੀਂ ਮਲਟੀਕਲਚਰ ਰੱਖ ਰਹੇ ਹਾਂ ਕਿ ਸਾਰੀਆਂ ਕਮਿਊਨਿਟੀਜ਼ ਆ ਸਕਦੀਆਂ ਨੇ। ਇਹ ਸਿੰਗਲ ਫੇਥ ਬੇਸਡ ਨਹੀਂ ਰੱਖ ਰਹੇ ਇਹਨੂੰ। ਅਤੇ ਬੀਇੰਗ ਪ੍ਰਾਈਵੇਟ ਇੰਸਟੀਟਿਊਸ਼ਨ ਇੱਕ ਫੋਕਸ ਰਹਿੰਦਾ ਐਜੂਕੇਸ਼ਨ ਦੇ ਉੱਪਰ, ਅਕੈਡਮਿਕਸ ਦੇ ਉੱਪਰ, ਕਿ ਬੱਚਾ ਜਿਹੜਾ ਸਾਡੇ ਕੋਲ ਆਵੇ, ਜਦੋਂ ਸਕੂਲ 'ਚੋਂ ਪਾਸ ਆਊਟ ਹੋਵੇ, ਉਹਨੂੰ ਇੱਕ ਸੇਧ ਮਿਲੀ ਹੋਵੇ ਕਿ ਮੈਂ ਕੀ ਬਣਨਾ। ਉਹਦੇ ਪਿੱਛੇ ਇੱਕ ਮੇਨ ਜਿਹੜਾ ਮਕਸਦ ਅਤੇ ਕਹਿ ਲਓ ਕਿ ਪੁਸ਼ ਹੈ ਸਾਡਾ, ਉਹ ਟੀਚਰ ਨੂੰ ਦੱਸਿਆ ਜਾਣਾ ਵਾਲਾ ਕੰਸੈਪਟ ਕਿ ਤੁਸੀਂ ਪੁਸ਼ ਕਰਨਾ ਬੱਚਿਆਂ ਨੂੰ। ਕਿਉਂਕਿ ਜੇ ਸਾਡੇ ਕੋਲ ਪ੍ਰਾਈਵੇਟ ਸਕੂਲ 'ਚ ਆਇਆ ਤਾਂ ਪੇਰੈਂਟਸ ਦੀ ਐਕਸਪੈਕਟੇਸ਼ਨ ਹੈ ਕਿ ਅਸੀਂ ਪ੍ਰਾਈਵੇਟ 'ਚ ਭੇਜਿਆ ਅਤੇ ਕੱਲ੍ਹ ਨੂੰ ਇਹਨੂੰ ਪਤਾ ਹੋਵੇ ਮੈਂ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਮੈਂ ਇਕੋਨੋਮਿਸਟ ਬਣਨਾ, ਮੈਂ ਰੋਬੋਟਿਕਸ 'ਚ ਜਾਣਾ, ਮੈਂ ਕੀ ਕਰਨਾ ਚਾਹੁੰਦਾ। ਬੱਚੇ ਦੇ ਫੰਡਾ ਸਾਰੇ ਕਲੀਅਰ ਹੋਣੇ ਚਾਹੀਦੇ ਨੇ, ਬਿਕੋਜ਼ ਅਸੀਂ ਇੱਕ ਪੁਸ਼ ਫੈਕਟਰ ਦੇ ਨਾਲ ਇਹਨੂੰ ਤੋਰਨਾ ਬੱਚੇ ਨੂੰ। ਠੀਕ ਹੈ। ਇੱਕ ਆਮ ਤੌਰ 'ਤੇ ਜੀ ਬੈਕ ਹੋਮ 'ਚ ਤਾਂ ਇਹ ਗੱਲ ਹੁੰਦੀ ਵੀ ਪ੍ਰਾਈਵੇਟ ਸਕੂਲ ਹੈ ਜਿਹੜਾ, ਉਹਦੀ ਮੈਨੇਜਮੈਂਟ ਪ੍ਰਾਈਵੇਟ ਹੈਗੀ, ਉਹਨਾਂ ਦੇ ਰੂਲਸ ਰੈਗੂਲੇਸ਼ਨ ਵੀ ਡਿਫਰੈਂਟ ਹੈ, ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਵੀ ਡਿਫਰੈਂਟ, ਸਬਜੈਕਟ ਵੀ ਡਿਫਰੈਂਟ ਹੁੰਦੇ, ਸਿਲੇਬਸ ਵੀ ਡਿਫਰੈਂਟ ਹੁੰਦਾ। ਹਾਂਜੀ। ਤੁਹਾਡੇ ਜਿਹੜਾ ਤੁਸੀਂ ਕੰਸੈਪਟ ਲੈ ਕੇ ਆਉਂਦਾ ਬੜਾ ਵਧੀਆ ਕੰਸੈਪਟ ਹੈ ਜੋ ਤੁਸੀਂ ਹੁਣ ਤੱਕ ਦੱਸਿਆ ਹੈਗਾ। ਇਹ ਸੇਮ ਪੈਟਰਨ ਹੋਏਗਾ ਜਾਂ ਤੁਹਾਨੂੰ ਵੀ ਮੈਨੀਟੋਬਾ ਗਵਰਨਮੈਂਟ ਦੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਉਹਦੇ ਮੁਤਾਬਕ ਹੀ ਐਜੂਕੇਸ਼ਨ ਦੇਣੀ ਪਊਗੀ? ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਜਦੋਂ ਅਸੀਂ ਮੈਨੀਟੋਬਾ ਦੇ ਵਿੱਚ ਸਕੂਲ ਖੋਲ੍ਹਦੇ ਹਾਂ ਤਾਂ ਸਾਨੂੰ ਮੈਨੀਟੋਬਾ ਦਾ ਹੀ ਕਰਿਕੂਲਮ ਫੋਲੋ ਕਰਨਾ ਪੈਂਦਾ ਹੈ। ਠੀਕ ਹੈ। ਸਾਡੇ ਸਕੂਲ, ਸਾਡਾ ਟੀਚਰ ਮੈਨੀਟੋਬਾ ਸਰਟੀਫਾਈਡ ਹੁੰਦਾ ਹੈ, ਉਹਦੇ ਕੋਲੇ ਮੈਨੀਟੋਬਾ ਗਵਰਨਮੈਂਟ ਵੱਲੋਂ ਹੀ ਲਾਇਸੈਂਸ ਹੁੰਦਾ ਹੈ ਪੜ੍ਹਾਉਣ ਦਾ। ਠੀਕ ਹੈ। ਤੇ ਸਾਨੂੰ ਉਹੀ ਪੈਟਰਨ ਤੇ ਉਹੀ ਕਰਿਕੂਲਮ ਫੋਲੋ ਕਰਨਾ ਪੈਂਦਾ। ਉਹਦੇ ਨਾਲ ਅਸੀਂ ਐਡ ਆਨ ਕਰ ਸਕਦੇ ਹਾਂ, ਐਡੀਸ਼ਨਲ ਐਡ ਆਨ ਆਪਸ਼ਨਸ ਹੁੰਦੀਆਂ ਨੇ। ਜੋ ਅਸੀਂ ਬੈਕ ਹੋਮ ਸਕੂਲਸ ਦੇ ਵਿੱਚ ਦੇਖਦੇ ਹਾਂ ਕਿ ਸਾਡੇ ਸਕੂਲਾਂ ਦੇ ਵਿੱਚ ਬੜੇ ਤਰ੍ਹਾਂ ਦੀਆਂ
ਡਿਫਰੈਂਟ ਸਕਿੱਲਸ ਨਾਲ ਪੜਾਇਆ ਜਾਂਦਾ ਹੈਗਾ, ਥੋੜਾ ਬੱਚੇ ਨੂੰ ਪੁਸ਼ ਕੀਤਾ ਜਾਂਦਾ ਹੈ, ਹੋਮਵਰਕ ਦੇਣ ਦਾ ਕਲਚਰ ਹੈ, ਉਹ ਅਸੀਂ ਜੁਆਇਨ ਕਰਨ ਜਾ ਰਹੇ ਹਾਂ ਇੱਥੇ। ਠੀਕ ਹੈ। ਸਬਜੈਕਟ ਵਾਈਜ਼ ਵੀ ਕੁਛ ਇਦਾਂ ਨਹੀਂ ਹੈ ਕਿ ਇਹ ਸਬਜੈਕਟ ਅਸੀਂ ਪੜਾਉਣੇ ਆ। ਬਿਲਕੁਲ ਜੀ। ਇੱਕ ਬਹੁਤ ਵੱਡਾ ਡਿਫਰੈਂਸ ਜਿਹੜਾ ਅਸੀਂ ਲੈ ਕੇ ਆਵਾਂਗੇ ਉਹ ਇਹ ਹੈ ਕਿ ਇੱਥੇ ਹੋਮ ਰੂਮ ਟੀਚਰਸ ਦਾ ਕਲਚਰ ਹੈ। ਇੱਕ ਟੀਚਰ ਹੀ ਜਿਹੜਾ ਹੈਗਾ ਉਹ ਬੱਚੇ ਨੂੰ ਸਾਰਾ ਦਿਨ ਪੜਾਉਂਦਾ ਹੈਗਾ ਛੋਟੀਆਂ ਕਲਾਸਾਂ ਦੇ ਵਿੱਚ। ਠੀਕ ਹੈ। ਚਾਹੇ ਉਹ ਟੀਚਰ ਆਪ ਕਾਮਰਸ ਦਾ ਹੋਵੇ, ਮੈਥਮੈਟਿਕਸ ਦਾ ਹੋਵੇ, ਸਾਇੰਸ ਦਾ ਹੋਵੇ, ਉਹਨੇ ਬੱਚੇ ਨੂੰ ਸਾਰੇ ਸਬਜੈਕਟ ਪੜਾਉਣੇ ਪੈਂਦੇ ਨੇ। ਪਰ ਜਿਹੜਾ ਆਪਣੇ ਸਕੂਲ ਦੇ ਵਿੱਚ, ਇੰਡੀਆ ਦੇ ਵਿੱਚ ਜਾਂ ਏਸ਼ੀਅਨ ਸਕੂਲਸ 'ਚ ਕਲਚਰ ਹੈ, ਦੈਟ ਇਜ਼ ਸਬਜੈਕਟ ਸਪੈਸਿਫਿਕ ਟੀਚਰ। ਬਿਲਕੁਲ। ਸੋ ਸਪੈਸ਼ਲਿਸਟ ਬਹੁਤ ਹੁੰਦਾ ਜ਼ਰੂਰੀ ਸਪੈਸ਼ਲਿਸਟ ਹੁੰਦਾ ਹੈ ਤਾਂ ਕਿ ਉਹ ਬੱਚੇ ਦੇ ਕਨਸੈਪਟਸ ਜ਼ਿਆਦਾ ਇਨ ਡੈਪਥ ਜਾ ਕੇ ਕਲੀਅਰ ਕਰਾ ਸਕਦਾ ਹੈ, ਕਿਉਂਕਿ ਉਹ ਪੋਸਟ ਗ੍ਰੈਜੂਏਟ ਹੁੰਦਾ ਹੈ ਉਸ ਸਬਜੈਕਟ। ਉੱਥੇ ਪੀਰੀਅਡ ਹੁੰਦੇ, ਜਿੱਦਾਂ ਵੀ ਇੱਕ ਪੀਰੀਅਡ ਹੈਗਾ ਜੀ 40 ਮਿੰਟਸ ਦਾ, ਜਾਂ ਉਸ ਤੋਂ ਬਾਅਦ ਨੈਕਸਟ ਫਿਰ 40 ਦਾ, ਫਿਰ ਰਿਸਰਚ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਈਵਨ ਸਕੂਲ ਦੇ ਵਿੱਚ ਜਿਹੜੇ ਇੱਥੇ ਜਿਮ ਵਗੈਰਾ ਹੈ ਜਾਂ ਫਿਜ਼ੀਕਲ ਐਜੂਕੇਸ਼ਨ ਹੈ, ਉਹ ਵੀ ਮੈਨੀਟੋਬਾ ਕਰਿਕੂਲਮ ਦੇ ਵਿੱਚ ਪ੍ਰਸਕ੍ਰਾਈਬਡ ਹੈ। ਇੰਨੇ ਮਿੰਟਸ ਇਸ ਕਰਕੇ we are going to follow each and everything and adding on which is going on in ਅਸੀਂ ਜਿਹੜੀ ਇੱਥੇ ਸਟ੍ਰੈਟਜੀ ਐਡ ਆਨ ਕਰਨੀ ਹੈ ਜੀ, ਉਹ ਹੈਗਾ ECE, that is education comprehension and evaluation। ਠੀਕ ਹੈ। ਬੱਚੇ ਨੂੰ ਐਜੂਕੇਟ ਕਰਨਾ ਇੱਕ ਪਾਰਟ ਰਹਿੰਦਾ ਹੈ। ਐਜੂਕੇਸ਼ਨ ਤੋਂ ਬਾਅਦ ਬੱਚੇ ਦੀ ਅਸੀਂ ਕੰਪਰੀਹੈਂਸ਼ਨ ਦੇਖਣੀ ਕਿ ਬੱਚਾ ਕੀ ਡਿਵੈਲਪ ਕਰ ਰਿਹਾ ਆਪਣੇ ਆਪ। ਠੀਕ ਹੈ। ਠੀਕ ਹੈ ਜੀ। ਫਿਰ ਉਹਦੀ ਟਾਈਮ ਐਂਡ ਅਗੇਨ ਇਵੈਲੂਏਸ਼ਨ, ਇਹ ਦੇਖਣਾ ਕਿ ਕੀ ਬੱਚਾ ਜੋ ਅਸੀਂ ਇਨਪੁਟ ਦਿੱਤੀ ਆਊਟਪੁੱਟ ਦੇ ਪਾ ਰਿਹਾ। ਜੇ ਆਊਟਪੁੱਟ ਨਹੀਂ ਦੇ ਪਾ ਰਿਹਾ ਦੈਨ ਵਾਟ ਨੈਕਸਟ। ਫਿਰ ਸਾਡੀਆਂ ਸਟ੍ਰੈਟੇਜੀਜ਼ ਆਉਂਦੀਆਂ ਨੇ ਕਿ ਉਸ ਬੱਚੇ ਨੂੰ ਇਵੈਲੂਏਟ ਕਰਨ ਤੋਂ ਬਾਅਦ ਰੀ ਐਜੂਕੇਟ ਕਿਵੇਂ ਕਰਨਾ, ਤਾਂ ਕਿ ਉਹਨੂੰ ਆਪਣੀ ਰਾਹ ਪਤਾ ਹੋਣੀ ਚਾਹੀਦੀ। ਇਵੈਲੂਏਸ਼ਨ ਦਾ ਜਿਹੜਾ ਮੈਥਡ ਮੈਂ ਤੇ ਥੋੜਾ ਜਿਹਾ ਹੋਰ ਐਡ ਆਨ ਕਰ ਦਿੰਦਾ। ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਬੱਚੇ ਦਾ ਟੀਚਰ ਹੈ, ਕਲਾਸ ਟੀਚਰ ਹੈ, ਉਹ ਬੱਚੇ ਨੂੰ ਨਹੀਂ ਇਵੈਲੂਏਟ ਕਰਦਾ ਹੈ। ਠੀਕ ਹੈ। ਕਿਉਂਕਿ ਸਮਟਾਈਮਸ ਬਾਇਸਨੈਸ ਹੁੰਦੀ ਹੈ, ਸਾਨੂੰ ਪਤਾ ਹੁੰਦਾ ਕਿ ਇਹ ਬੱਚਾ ਇੰਟੈਲੀਜੈਂਟ ਹੈ, ਇਹ ਕਰ ਹੀ ਲੈਂਦਾ ਹੈ, ਅਸੀਂ ਥੋੜਾ ਜਿਹਾ ਓਵਰਸੀ ਕਰ ਜਾਂਦੇ ਹਾਂ। ਜਦੋਂ ਦੂਸਰੀ ਕਲਾਸ ਦਾ ਟੀਚਰ ਜਾਂ ਦੂਸਰਾ ਟੀਚਰ ਤੁਹਾਡੇ ਬੱਚੇ ਨੂੰ ਇਵੈਲੂਏਟ ਕਰਦਾ ਹੈ ਤਾਂ ਉਹ ਇੱਕ ਆਬਜੈਕਟਿਵ ਓਪੀਨੀਅਨ ਲੈ ਕੇ ਆਉਂਦਾ ਹੈ ਉਹਦੇ ਬਾਰੇ, ਜਿਹਦੇ ਨਾਲ ਸਾਨੂੰ ਬੱਚੇ ਦੀ ਐਗਜ਼ੈਕਟ ਸਮਝੋ ਕਲਾਸ ਦੇ ਵਿੱਚ ਇਨਫੋਰਮੇਸ਼ਨ ਮਿਲ ਜਾਂਦੀ ਹੈ। ਉਹਦੇ ਵਿੱਚ ਮਿਹਨਤ ਅਸੈਸਮੈਂਟ ਪ੍ਰੋਪਰ ਹੋ ਜਾਂਦੀ ਹੈ। ਸਕੂਲ ਦੀ ਮਿਹਨਤ ਡਬਲ ਹੋਊਗੀ ਬਟ ਅਸੈਸਮੈਂਟ ਬੱਚੇ ਦੀ ਪ੍ਰੋਪਰ ਹੋਊਗੀ। ਇੱਕ ਕਨਸੈਪਟ ਜਿਹੜਾ ਅਸੀਂ ਹੋਰ ਵੀ ਕਹ ਲਓ ਕਿ ਓਵਰ ਰੂਲ ਕਰ ਰਹੇ ਹਾਂ, ਓਵਰ ਰੂਲ ਨਾਲ ਕਹਿ ਕੇ ਅਸੀਂ ਉਹਨੂੰ ਚੇਂਜ ਕਰ ਰਹੇ ਹਾਂ। ਕਿ ਇੰਡੀਆ ਦੇ ਵਿੱਚ ਵੀ ਕਨਸੈਪਟ ਇੱਕ ਵਾਰੀ ਚੱਲਿਆ ਸੀ ਕਿ ਅਪ ਟੂ ਗ੍ਰੇਡ 5 ਬੱਚਿਆਂ ਨੂੰ ਪ੍ਰਮੋਟ ਕਰੀ ਚੱਲੋ। ਹਾਂਜੀ। ਉਦੋਂ ਬਾਅਦ ਬੱਚੇ ਡ੍ਰੌਪ ਰੇਟ 'ਚ ਜਾਂਦੇ ਨੇ। ਕਿਉਂਕਿ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਮੈਂ ਪੜ੍ਹਨਾ ਹੈ, ਪਾਸ ਹੋਣਾ ਹੈ। ਤੇ ਉਹ ਪੇਰੈਂਟਸ ਨੂੰ ਇੱਕ ਆਰਟੀਫੀਸ਼ੀਅਲੀ ਖੁਸ਼ ਕੀਤਾ ਜਾਂਦਾ ਹੈ ਕਿ ਬੱਚਾ ਅਗਲੀ ਕਲਾਸ 'ਚ ਹੋ ਗਿਆ, ਹੁਣ ਸੈਕੰਡ 'ਚ ਹੋ ਗਿਆ, ਹੁਣ ਥਰਡ 'ਚ ਹੋ ਗਿਆ। ਅਸੀਂ ਉਹ ਕੰਪਲੀਟਲੀ ਇੱਥੇ ਵੀ ਉਵੇਂ ਰੱਖਣਾ ਕਿ ਬੱਚੇ ਨੂੰ ਫਾਲਸ ਪ੍ਰਮੋਸ਼ਨ ਨਹੀਂ ਦੇਣੀ। ਅਗਰ ਬੱਚਾ ਨਹੀਂ ਪ੍ਰੋਡਕਸ਼ਨ ਦੇ ਪਾ ਰਿਹਾ ਆਪਣੀ, ਤਾਂ ਅਸੀਂ ਪੇਰੈਂਟਸ ਨਾਲ ਬਹਿ ਕੇ ਉਹਦੀ ਰੀਇਵੈਲੂਏਸ਼ਨ ਕਰਨੀ ਹੈ ਤੇ ਉਹਨਾਂ ਨੂੰ ਦੱਸਣਾ ਕਿ ਵੀ ਇਹ ਨਹੀਂ ਚੱਲ ਰਿਹਾ। ਐਂਡ ਆਫ ਈਅਰ ਕਰੋਗੇ ਇਵੈਲੂਏਸ਼ਨ ਜਾਂ ਇਨ ਬਿਟਵੀਨ ਵੀ ਕੁਆਰਟਰਲੀ ਹੁੰਦੀ ਹੈ ਜੀ, ਜਿਹੜਾ ਜਿੱਦਾਂ ਪ੍ਰਸਕ੍ਰਾਈਬਡ ਹੁੰਦੀ ਹੈਗੀ ਆ ਕਿ ਇੰਨਾ ਸਿਲੇਬਸ ਕਰ ਲਿਆ, ਉਦੋਂ ਬਾਅਦ ਚ ਐਗਜ਼ਾਮ ਹੋਣਾ ਚਾਹੀਦਾ। ਕੁਆਰਟਰਲੀ ਤੁਸੀਂ ਅਸੈਸ ਕਰੋ ਤਾਂ ਹੀ ਤੁਸੀਂ ਉਹਨੂੰ ਪ੍ਰੋਪਰ ਗਾਈਡ ਕਰ ਸਕਦੇ ਹੋ ਬੱਚੇ ਨੂੰ, ਉਹਦੇ ਪੇਰੈਂਟਸ ਨੂੰ ਵੀ। ਸਾਲ ਤੋਂ ਬਾਅਦ ਚੋਂ ਦੱਸਣ ਨਾਲੋਂ ਬੈਟਰ ਹੈ ਕਿ 3 ਮਹੀਨੇ ਬਾਅਦ ਦੱਸ ਦੇਣਾ ਚਾਹੀਦਾ ਕਿ ਬੱਚਾ ਇਸ ਸਬਜੈਕਟ 'ਚ ਵੀਕ ਹੈ, ਇਹਦੇ ਉੱਪਰ ਪ੍ਰੈਸ਼ਰ। ਅਸੀਂ ਪੇਰੈਂਟਸ ਨੂੰ ਇਹ ਨਹੀਂ ਖੁਸ਼ ਕਰਨਾ ਕਿ ਤੁਹਾਡਾ ਬੱਚਾ ਬਹੁਤ ਪੜ੍ਹਦਾ ਪਿਆ, ਬਹੁਤ ਇੰਟੈਲੀਜੈਂਟ ਆ, ਜਦ ਕਿ ਜੇ ਸਾਨੂੰ ਪਤਾ ਵੀ ਇੰਟੈਲੀਜੈਂਟ ਨਹੀਂ ਹੈ। ਸੋ ਉਹ ਇੱਕ ਐਸਾ ਪੁਆਇੰਟ ਹੈ ਜਿੱਥੇ ਪੇਰੈਂਟਸ ਸ਼ਾਇਦ ਚਾਹੁੰਦੇ ਨੇ, ਹਰ ਪੇਰੈਂਟ ਚਾਹੁੰਦਾ ਇਹ ਸੁਣਨਾ ਕਿ ਮੇਰਾ ਬੱਚਾ ਹੁਸ਼ਿਆਰ ਹੈ, ਪਰ ਉਹਨੂੰ ਸੁਣਾਉਣਾ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਸਕੂਲ ਦੀ, ਟੀਚਰ ਦੀ, ਕਿ ਇਹ ਵਾਕਈ ਹੁਸ਼ਿਆਰ ਹੈ ਕਿ ਨਹੀਂ। ਇੰਡੀਆ 'ਚ ਵੀ ਪੇਰੈਂਟਸ ਵੀ ਡਾਕਟਰ ਸਾਹਿਬ ਇਹੀ ਸੁਣਨਾ ਚਾਹੁੰਦੇ ਕਿ ਸਾਡਾ ਬੱਚਾ ਬਹੁਤ ਇੰਟੈਲੀਜੈਂਟ ਹੈ। ਠੀਕ ਹੈ ਜੀ। ਇੰਡੀਆ 'ਚ ਵੀ ਇਹ ਸਿਸਟਮ ਜਿਹੜਾ ਲਿਆਂਦਾ ਸੀ ਨਾ 5ਵੀਂ ਤੱਕ ਪ੍ਰਮੋਟ ਕਰਨ ਦਾ, ਉਦੋਂ ਬਾਅਦ ਚੋਂ ਵਿਡਰਾ ਹੋਇਆ ਉਹ ਪ੍ਰਮੋਸ਼ਨਲ ਸਿਸਟਮ ਵਿਡਰਾ ਹੋਇਆ ਬਾਅਦ ਦੇ। ਪਰ ਇੱਥੇ ਤਾਂ ਹੈਗਾ ਚੱਲਦਾ ਪਿਆ ਜੀ। ਉਹੀ ਮੈਂ ਗੱਲ ਕੀਤੀ ਨਾ, ਵੀ ਅਸੀਂ ਉਹਨੂੰ ਓਵਰਰੂਲ ਕਰ ਰਹੇ, ਚੇਂਜ ਕਰਾਂਗੇ ਵੀ ਜੇ ਬੱਚਾ ਨਹੀਂ ਪੜ੍ਹ ਰਿਹਾ ਪੇਰੈਂਟਸ ਨੂੰ ਦੱਸਾਂਗੇ ਵੀ ਇਹਨੂੰ ਆਪਾਂ ਹੁਸ਼ਿਆਰ ਬਣਾ ਸਕਦੇ ਹਾਂ, ਬਟ ਆਹ ਚੀਜ਼ਾਂ ਦੀ ਲੋੜ ਹੈ ਹਜੇ। ਠੀਕ ਹੈ। ਅੱਛਾ, ਕੁਛ ਤਾਂ ਤੁਸੀਂ ਦੱਸਿਆ ਜੀ ਤੁਹਾਨੂੰ ਸਿਲੇਬਸ ਉਹੀ ਹੀ ਪੜ੍ਹਾਓਗੇ ਤੁਸੀਂ ਜਿਹੜਾ ਮੈਨੀਟੋਬਾ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਪ੍ਰਸਕ੍ਰਾਈਬ ਕੀਤਾ ਹੋਇਆ। ਇਹ ਕਈ ਵਾਰੀ ਹੁੰਦਾ ਜੀ ਪ੍ਰਾਈਵੇਟ ਸਕੂਲਾਂ 'ਚ ਕੁਛ ਐਡੀਸ਼ਨਲ ਐਕਟੀਵਿਟੀਜ਼, ਐਡੀਸ਼ਨਲ ਸਬਜੈਕਟ। ਬਿਲਕੁਲ, ਉਹ ਮੈਨੀਟੋਬਾ ਸਕੂਲ ਬੋਰਡ ਕਹਿੰਦਾ ਕਿ ਜੋ ਸਾਡੀਆਂ ਰਿਕੁਆਇਰਮੈਂਟਸ ਨੇ ਉਹ ਤੁਸੀਂ ਫੁੱਲਫਿਲ ਕਰਨੀਆਂ ਨੇ, ਐਡ ਔਨ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ। ਬੱਚੇ ਨੂੰ ਲੈਂਗੁਏਜ ਦੇਣੀ ਚਾਹੁੰਦੇ ਆ ਤੁਸੀਂ ਦੇ ਸਕਦੇ ਹੋ ਐਡੀਸ਼ਨਲ, ਜਿਹੜੀ ਕਮਿਊਨਿਟੀ ਨੂੰ ਬੱਚੇ ਬਿਲੋਂਗ ਕਰਦੇ ਆ, ਬਿਕੋਜ਼ ਇਟਸ ਅ ਮਲਟੀ ਕਲਚਰਲ ਸਕੂਲ। ਬਹੁਤ ਸਾਰੀਆਂ ਕਮਿਊਨਿਟੀਜ਼ ਨੂੰ ਅਸੀਂ ਕਹਿੰਦੇ ਆ ਕਿ ਆਉਣ ਸਾਡੇ ਨਾਲ, ਸਾਨੂੰ ਸਪੋਰਟ ਕਰਨ, ਸਾਨੂੰ ਮੌਕਾ ਦੇਣ ਆਪਦੇ ਬੱਚਿਆਂ ਨੂੰ ਪੜ੍ਹਾਉਣ ਦਾ। ਅਸੀਂ ਉਹਨਾਂ ਨੂੰ ਉਹਨਾਂ ਦੀ ਮਦਰ ਟੰਗ ਦੇ ਵਾਸਤੇ ਵੀ ਇੱਕ
ਕਲਾਸ ਤੋਂ ਬਾਅਦ ਪਲੇਟਫਾਰਮ ਲੈ ਕੇ ਆ ਰਹੇ। ਇਸ ਤਰ੍ਹਾਂ ਹੁੰਦਾ ਜੀ ਜਿੱਦਾਂ ਕੁਝ ਸਕੂਲ ਤਾਂ ਇੱਥੇ ਬਾਈ ਲੈਂਗੁਏਜ ਹੈਗੀ ਪਹਿਲਾਂ, ਕੁਝ ਸਕੂਲਾਂ ਦੇ ਵਿੱਚ ਦੇਖਦੇ ਆ ਕਿ ਇਸ ਏਰੀਏ ਵਿੱਚ ਕਿਹੜੀ ਕਮਿਊਨਿਟੀ ਰਹਿੰਦੀ ਹੈ, ਉਹਨਾਂ ਦੀ ਜਿਹੜੀ ਮਦਰ ਲੈਂਗੁਏਜ ਵਿੱਚ ਵੀ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦੀ ਸਹੂਲਤ ਹੈਗੀ। ਠੀਕ ਹੈ ਜੀ, ਇਹ ਤੁਸੀਂ ਵੀ ਰੱਖੋਗੇ? ਬਿਲਕੁਲ, ਅਸੀਂ ਕਿਉਂਕਿ ਦੇਖੋ ਮਲਟੀ ਕਲਚਰਲ ਤੇ ਕਹ ਲਓ ਕਿ ਮਲਟੀ ਕਮਿਊਨਿਟੀਜ਼ ਨੂੰ ਕੇਟਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਾਡਾ ਜਿਹੜਾ ਧਿਆਨ ਰਹਿਣਾ ਕਿ ਗ੍ਰੇਡ 3 ਜਾਂ 4 ਦੇ ਵਿੱਚ ਜੇ ਸਾਡੇ ਕੋਲੇ ਪੰਜਾਬੀ ਬੱਚੇ ਨੇ, ਹਿੰਦੀ ਬੱਚੇ ਨੇ, ਗੁਜਰਾਤੀ ਬੱਚੇ ਨੇ, ਪਾਕਿਸਤਾਨੀ ਬੱਚੇ ਨੇ, ਫਿਲੀਪੀਨੋਜ਼ ਨੇ, ਉਹਨਾਂ ਦੀ ਡਿਮਾਂਡ ਦੇ ਉੱਪਰ ਬੇਸਡ ਔਨ ਕਲਾਸ ਸਾਈਜ਼ ਅਸੀਂ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਸਿਖਾ ਦੇਣੀ ਹੈ। ਇੱਕ ਹੁੰਦਾ ਜੀ ਜਦੋਂ ਕੋਈ ਇੰਸਟੀਟਿਊਸ਼ਨ ਨਵਾਂ ਸ਼ੁਰੂ ਹੁੰਦਾ ਜਾਂ ਵੈਸੇ ਪੁਰਾਣੇ ਜਿਹੜੇ ਹੈਗੇ ਆ ਉਹ ਦੂਸਰੇ ਸਕੂਲਾਂ ਤੋਂ ਬੱਚੇ ਸ਼ਿਫਟ ਹੋ ਕੇ ਆਉਂਦੇ, ਮੰਨ ਲਓ 5th ਗ੍ਰੇਡ ਦਾ ਆ ਗਿਆ, ਕੋਈ 6th ਗ੍ਰੇਡ ਦਾ ਆ ਗਿਆ, ਉਹ ਤੁਹਾਡੇ ਮਿਆਰ ਦੇ ਮੁਤਾਬਕ ਤਾਂ ਪੂਰਾ ਨਹੀਂ ਉਤਰਦਾ, ਪਰ ਪੇਰੈਂਟਸ ਦੀ ਇੱਛਾ ਹੈ ਕਿ ਜੇ ਮੇਰਾ ਛੋਟਾ ਬੱਚਾ ਗ੍ਰੇਡ 1 ਵਿੱਚ ਗਿਆ ਤੇ ਜਿਹੜਾ ਗ੍ਰੇਡ 6 ਵਾਲਾ ਉਹ ਵੀ ਚੱਲ ਜਾਵੇ ਉੱਥੇ, ਇਹਨੂੰ ਕਿਵੇਂ ਫਿਰ ਮੈਨੇਜ ਕਰੋਗੇ? ਬਿਲਕੁਲ ਜੀ, ਅਸੀਂ ਪੇਰੈਂਟਸ ਨੂੰ ਇਹੀ ਗਾਈਡ ਤੇ ਐਡਵਾਈਸ ਕਰ ਰਹੇ ਕਿ ਫਿਲਹਾਲ ਅਸੀਂ ਗ੍ਰੇਡ ਕਿੰਡਰਗਾਰਟਨ ਤੇ ਗ੍ਰੇਡ 1 ਡਿਪੈਂਡਿੰਗ ਔਨ ਕਲਾਸਿਸ ਗ੍ਰੇਡ 2 ਹੀ ਲੈ ਕੇ ਜਾਣਾ। ਗ੍ਰੇਡ 6 ਵਾਲਾ ਅਸੀਂ ਬੱਚਾ ਨਹੀਂ ਲੈ ਕੇ ਆਉਣਾ। ਉਹਦਾ ਰੀਜ਼ਨ ਇੱਕ ਇਹ ਵੀ ਦੱਸਣਾ ਸੀ ਪੇਰੈਂਟਸ ਨੂੰ ਕਿ ਅਸੀਂ ਮਿਡਲ ਦੇ ਵਿੱਚ ਆ ਕੇ ਕਿਸੇ ਬੱਚੇ ਨੂੰ ਸਵਿਚ ਨਹੀਂ ਕਰਨਾ ਚਾਹੁੰਦੇ ਕਿਉਂਕਿ ਬੱਚਾ ਡਿਸਟਰਬ ਹੋਊਗਾ। ਠੀਕ ਹੈ, ਇਹਦਾ ਮਤਲਬ ਤੁਸੀਂ ਜਿਹੜੇ ਉਹਦਾ ਬੇਸ ਤੋਂ ਹੀ ਬੱਚੇ ਨੂੰ ਅਸੀਂ ਬੇਸ ਤੋਂ ਹੀ ਲੈਣਾ, ਉਹਨੂੰ ਅੱਗੇ ਪ੍ਰਮੋਟ ਕਰੋਗੇ। ਪ੍ਰਮੋਟ ਕਰਾਂਗੇ। ਠੀਕ ਹੈ, ਤੇ ਹੁਣ ਕੀ ਐਕਟੀਵਿਟੀਜ਼ ਹੋਣਗੀਆਂ ਜੀ ਡਿਫਰੈਂਟ ਦੂਸਰੇ ਸਕੂਲਾਂ ਨਾਲੋਂ? ਦੇਖੋ, ਇੱਕ ਤਾਂ ਤੁਹਾਨੂੰ ਪਹਿਲਾਂ ਜਿੱਦਾਂ ਕਲੀਅਰ ਕੀਤਾ ਕਿ ਅਸੀਂ ਸਬਜੈਕਟ ਸਪੈਸੀਫਿਕ ਜਾਵਾਂਗੇ, ਪਰ ਉਹਦੇ ਲਈ ਸਾਨੂੰ ਇੱਕ ਕਲਾਸ ਜਦੋਂ ਬੱਚਾ ਕ੍ਰਾਸ ਕਰ ਜਾਂਦਾ ਹੈ, ਦੂਜੀ ਤੀਜੀ, ਜਦੋਂ ਉਸ ਤੋਂ ਬਾਅਦ ਚੋਂ ਹੀ ਸਬਜੈਕਟ ਸਪੈਸੀਫਿਕ ਟੀਚਰ ਦੀ ਲੋੜ ਪੈਂਦੀ ਹੈ। ਸ਼ੁਰੂ ਵਿੱਚ ਤਾਂ ਲੋੜ ਨਹੀਂ ਮੇਰਾ ਖਿਆਲ ਹੈ। ਨਰਸਰੀ, ਕਿੰਡਰਗਾਰਟਨ, ਗ੍ਰੇਡ 1 ਗ੍ਰੇਡ 2 ਤੱਕ ਤਾਂ ਹੋਮ ਰੂਮ ਟੀਚਰ ਜਿਹੜਾ ਹੁੰਦਾ, ਕੋਈ ਵੀ ਟੀਚਰ ਸਾਰੇ ਸਬਜੈਕਟਸ ਪੜ੍ਹਾ ਸਕਦਾ ਹੁੰਦਾ ਹੈ। ਜਿਹੜਾ ਕੋ-ਕਰਿਕੂਲਰ ਐਕਟੀਵਿਟੀਜ਼ ਆ ਅਸੀਂ ਉਹਦੇ ਉੱਪਰ ਸਟ੍ਰੈਸ ਥੋੜਾ ਜਿਹਾ ਘੱਟ ਲਏ ਕਰਾਂਗੇ ਐਜ਼ ਕੰਪੇਅਰ ਟੂ ਅਦਰ ਸਕੂਲਸ, ਕਿਉਂਕਿ ਅਸੀਂ ਇਸ ਸਕੂਲ ਨੂੰ ਇੱਕ ਅਕੈਡਮਿਕ ਰੂਪ ਹੀ ਦੇਣਾ ਚਾਹੁੰਦੇ ਹਾਂ। ਕੋ-ਕਰਿਕੂਲਰ ਵਾਸਤੇ ਬਹੁਤ ਸਾਰੇ ਪਲੇਟਫਾਰਮਸ ਵਿਨੀਪੈਗ ਦੇ ਵਿੱਚ ਅਵੇਲੇਬਲ ਨੇ। ਬੱਚਿਆਂ ਨੇ ਕੋਈ ਬਿਲਕੁਲ ਜੀ ਗਿੱਧਾ ਭੰਗੜਾ ਸਿੱਖਣਾ ਹੈ, ਕੋਈ ਬੱਚੇ ਨੇ ਆਪਦੀ ਕੋਈ ਆਰਟ ਦੀ ਹੌਬੀ ਸਿੱਖਣੀ ਹੈ, ਕਿਸੇ ਗੇਮ 'ਚ ਜਾਣਾ ਹੈ, ਤਾਂ ਇਟਸ ਓਪਨ ਟੂ ਦੈਮ। ਉਹ ਬੱਚੇ ਉੱਥੇ, ਕਿਉਂਕਿ ਸਾਡਾ ਜਿਹੜਾ ਫੋਕਸ ਹੈ ਉਹ ਟਿਪੀਕਲੀ ਅਕੈਡਮਿਕ ਹੈ ਜੀ। ਅਕੈਡਮਿਕ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਬੱਚੇ ਨੂੰ ਆਪਦੀ ਅਕੈਡਮਿਕ ਫੀਲਡ ਦੀ ਗ੍ਰਿਪ ਹੋਣੀ ਚਾਹੀਦੀ ਹੈ। ਉਂਝ ਪ੍ਰਾਈਵੇਟ ਸਕੂਲਾਂ ਦੇ ਵਿੱਚ ਜੀ ਜਿਹੜੇ ਪਬਲਿਕ ਸਕੂਲ ਆ ਉੱਥੇ ਬੱਚਿਆਂ ਦੀ ਯੂਨੀਫਾਰਮ ਨਹੀਂ ਹੈ, ਨਾ ਟੀਚਰਾਂ ਦੀ ਹੈਗੀ। ਪ੍ਰਾਈਵੇਟ ਸਕੂਲਾਂ ਦਾ ਕਨਸੈਪਟ ਹੈਗਾ ਟੀਚਰ ਵੀ ਵੈਲ ਡਰੈਸਡ ਹੁੰਦੀ, ਉਹਨਾਂ ਦੀ ਡਰੈਸ ਜਿਹੜੀ ਪ੍ਰਸਕ੍ਰਾਈਬ ਕੀਤੀ ਗਈ ਆ ਜਾਂ ਜਿਹੜੀ ਕਿਹਾ ਗਿਆ ਕਹਿ ਪਾ ਕੇ ਆਣੀ, ਬੱਚੇ ਵੀ ਉਸ ਤਰੀਕੇ ਨਾਲ। ਤੁਸੀਂ ਵੀ ਇਦਾਂ ਦਾ ਜੈਨੂਇਨ ਜੀ ਪ੍ਰੋਬਲਮ ਆ ਜਿਹੜੀ ਤੁਸੀਂ ਗੱਲ ਕੀਤੀ ਹੈ। ਬਹੁਤ ਸਾਰੇ ਅਸੀਂ ਕਾਫੀ ਸਰਵੇ ਕੀਤਾ, ਬਹੁਤ ਸਾਰੇ ਪੇਰੈਂਟਸ ਦਾ ਵਿਊ ਇਹ ਹੈ ਕਿ ਡਰੈਸ ਹੋਣੀ ਚਾਹੀਦੀ ਹੈ, ਕਿ ਸਾਨੂੰ ਬੱਚਿਆਂ ਨੂੰ ਡਿਸਿਪਲਿਨ ਚ ਕਰਨਾ ਸੌਖਾ ਹੋ ਜਾਂਦਾ ਕਿ ਇਹੀ ਪਾ ਕੇ ਜਾਣਾ, ਘਰੇ ਸਵੇਰੇ ਰੌਲਾ ਨਹੀਂ ਹੁੰਦਾ, ਬੱਚੇ ਜਲਦੀ ਤਿਆਰ ਹੋ ਕੇ ਚਲੇ ਜਾਂਦੇ ਆ। ਪਰ ਬਹੁਤ ਸਾਰੇ ਪੇਰੈਂਟਸ ਜਿਹੜੇ ਵਰਕਿੰਗ ਹੈਗੇ ਉਹਨਾਂ ਨੂੰ ਕਈ ਵਾਰੀ ਇਹ ਮੈਨੇਜੇਬਲ ਨਹੀਂ ਲੱਗਦਾ। ਕਈ ਪੇਰੈਂਟਸ ਨੂੰ ਆਪਣੀ ਪਾਕਟ ਤੇ ਇਹ ਚੀਜ਼ ਥੋੜੀ ਜਿਹੀ ਹੈਵੀ ਲੱਗਦੀ ਹੈ ਕਿ ਹਰ ਸਾਲ ਨਵੀਂ ਡਰੈਸ ਖਰੀਦਣੀ ਹੈ। ਅਸੀਂ ਇੱਕ ਮਿਡ ਵੇ ਇਸ ਦਾ ਸੋਲੂਸ਼ਨ ਕੱਢ ਕੇ ਚੱਲ ਰਹੇ ਹਾਂ। ਵੀ ਆਰ ਪ੍ਰਸਕ੍ਰਾਈਬਿੰਗ a dress but it is not a complete dress। ਬੱਚਾ ਆਪਦੀ ਸਿਵਲ ਡਰੈਸ, ਹੋਮ ਡਰੈਸ ਚ ਜਿਹੜੀ ਵੀ ਡਰੈਸ ਉਹਨੂੰ ਪਸੰਦੀਦਾ ਹੈਗੀ ਉਹ ਚਾ ਸਕਦਾ ਹੈ, ਪਰ ਉਹ ਹਰ ਟਾਈਮ ਸਾਡੇ ਸਕੂਲ ਦਾ ਇੱਕ ਡੈਜ਼ਿਗਨੇਟਡ ਸਕਾਰਫ ਹੈ ਜਿਹੜਾ ਉਹ ਵੀਅਰ ਕਰੂਗਾ, ਜਿਸ ਦੇ ਉੱਪਰ ਸਕੂਲ ਦਾ ਲੋਗੋ ਹੋਊਗਾ। ਸਾਡੇ ਸਕੂਲ ਦੇ ਬੱਚਿਆਂ ਦੀ ਆਇਡੈਂਟੀਟੀ ਤੇ ਪਛਾਣ ਦੂਰੋਂ ਆ ਜਾਏਗੀ। ਠੀਕ ਹੈ, ਉਹਦੇ ਲਈ ਪੇਰੈਂਟਸ ਨੂੰ ਵੀ ਈਜ਼ੀ ਹੈ, ਬੱਚੇ ਨੂੰ ਤਿਆਰ ਕਰਨਾ ਹੈ, ਇੱਕ ਸਕਾਰਫ ਟਾਈ ਕਰਨਾ ਹੈ ਤੇ ਉਹਨੂੰ ਸਕੂਲ ਭੇਜ ਦੇਣਾ ਹੈ। ਠੀਕ, ਉਂਝ ਤਾਂ ਦੇਖੋ ਜੀ ਸਾਰੇ ਬੱਚਿਆਂ ਦੀ ਇੱਕੋ ਜਿਹੀ ਡਰੈਸ ਹੋਵੇ ਉਹ ਵੀ ਬਹੁਤ ਸੋਹਣੇ ਲੱਗਦੇ ਆ, ਸਾਰੇ ਬੱਚਿਆਂ ਦੀ ਅਲੱਗ-ਅਲੱਗ ਡਰੈਸ ਹੋਵੇ ਉਹ ਵੀ ਬਹੁਤ ਸੋਹਣੇ ਲੱਗਦੇ। ਹਾਂਜੀ ਬਿਲਕੁਲ। ਦੂਸਰੀ ਗੱਲ ਅਸੀਂ ਇਹਨੂੰ ਓਪਨ ਰੱਖਿਆ ਹੋਇਆ ਹੈਗਾ ਕਿ ਜਦੋਂ ਬੱਚੇ ਸਾਡੇ ਕੋਲ ਆਉਣਗੇ ਅਸੀਂ, ਕਿਉਂਕਿ ਇਹਦੇ ਵਿੱਚ ਪੇਰੈਂਟ ਕਾਉਂਸਲ ਬਣਦੀ ਹੈ ਸਕੂਲਾਂ ਦੇ ਵਿੱਚ, ਅਸੀਂ ਪੇਰੈਂਟ ਕਾਉਂਸਲ ਤੋਂ ਫੀਡਬੈਕ ਲੈਂਦੇ ਰਹਿਣਾ। ਜੋ ਉਹਨਾਂ ਦੀਆਂ ਰਿਕੁਆਇਰਮੈਂਟਸ ਤੇ ਡਿਮਾਂਡਸ ਹੋਣਗੀਆਂ, ਜੇ ਸਾਨੂੰ ਵਾਜਬ ਲੱਗੀਆਂ ਅਸੀਂ ਉਸ ਸਕੂਲ ਦੇ ਵਿੱਚ ਇਨਕਲਕੇਟ ਕਰ ਲੈਣੀ। ਫੋਰ ਐਗਜ਼ਾਮਪਲ ਡਾਊਨ ਦਾ ਲਾਈਨ 2 ਸਾਲ ਬਾਅਦ ਪੇਰੈਂਟਸ ਕਹਿੰਦੇ ਵੀ ਨਹੀਂ ਅਸੀਂ ਰੈਡੀ ਹਾਂ, ਡਰੈਸ ਲਾਓ, ਆਪਾਂ ਡਰੈਸ ਲਾ ਸਕਦੇ। ਪਬਲਿਕ ਸਕੂਲਾਂ ਦੇ ਵਿੱਚ ਜੀ ਜਿਹੜੀਆਂ ਬੁੱਕਸ ਵਗੈਰਾ ਨਹੀਂ ਲੈਣ ਦੀ ਲੋੜ ਹੁੰਦੀ ਛੋਟੇ ਬੱਚਿਆਂ ਨੂੰ, ਸਕੂਲ ਲਾਇਬ੍ਰੇਰੀ ਹੈਗੀ, ਸਗੋਂ ਬੁੱਕਸ ਬੱਚਿਆਂ ਨੂੰ ਘਰ ਦਿੰਦੇ ਪੜ੍ਹਨ ਵਾਸਤੇ ਵੀ ਲੈ ਜਾਓ। ਠੀਕ ਹੈ ਜੀ, ਇੱਕ ਵੀਕ ਤੁਸੀਂ ਰੱਖੋ, ਨੈਕਸਟ ਵੀਕ ਵਾਪਸ ਕਰ ਜਾਓ, ਫਿਰ ਹੋਰ ਲੈ ਜਾਓ। ਤੁਸੀਂ ਬੁੱਕਸ ਕਲਚਰ ਨੂੰ ਕਿਵੇਂ? ਬਿਲਕੁਲ ਜੀ, ਜਿਹੜਾ ਮੈਨੀਟੋਬਾ ਸਕੂਲ ਬੋਰਡ ਦੇ ਰਿਸੋਰਸਿਸ ਨੇ ਉਹ ਸਾਨੂੰ ਬੁੱਕਸ ਵਗੈਰਾ ਸਭ ਪ੍ਰੋਵਾਈਡ ਕਰਦੇ ਨੇ। ਅਸੀਂ ਬੱਚਿਆਂ ਨੂੰ ਐਜ਼ ਪਰ ਦਾ ਰਿਕੁਆਇਰਮੈਂਟ ਬੁੱਕਸ ਵੀ ਦੇਵਾਂਗੇ, ਸਟੱਡੀ ਮਟੀਰੀਅਲ ਵੀ ਹੋਊਗਾ, ਹੋਮ ਵਰਕ ਵੀ ਹੋਊਗਾ, ਡੈਜ਼ਿਗਨੇਟਡ ਹੋਮਵਰਕ ਹੋਊਗਾ ਕਿ ਜਿੰਨਾ ਬੱਚੇ ਘਰੇ ਜਾ ਕੇ ਰਿਵਾਈਜ਼ ਕਰਨ, ਦੁਬਾਰਾ ਕਰਨ, ਓਵਰਲੋਡਿੰਗ ਵੀ ਨਹੀਂ ਹੋਗੀ। ਬਹੁਤ ਹੀ ਬੈਲੈਂਸ ਸਟਰਕਚਰ ਚ ਅਸੀਂ ਇਹ ਨਹੀਂ ਹੈ ਕਿ ਬੱਚਾ ਘਰ ਆਊਗਾ ਤੇ ਮੇਰਾ ਨੈਕਸਟ ਕੁਐਸਚਨ ਇਹੀ ਸੀਗਾ
ਕਿ ਜੇ ਤਾਂ ਬੱਚਿਆਂ ਦੇ ਕੋਲ ਕਿਤਾਬਾਂ ਨਹੀਂ ਹੈਗੀਆਂ ਤੇ ਅਸੀਂ ਕਹਿੰਦੇ ਜੀ ਇਹ ਪਤਾ ਨਹੀਂ ਕੀ ਪੜ੍ਹਦੇ ਹੋਣਗੇ, ਜੇ ਕਿਤਾਬਾਂ ਹੈਗੀਆਂ ਤੇ ਅਸੀਂ ਕਹਿੰਦੇ ਬੋਝ ਚੱਕਣਾ ਪੈ ਰਿਹਾ। ਨਹੀਂ, ਅਸੀਂ ਬੋਝ ਨਹੀਂ ਪਾਉਣਾ, ਅਸੀਂ ਬਿਲਕੁਲ ਲਾਉਣਾ ਵੀ ਨਹੀਂ। ਸਾਡਾ ਜਿਹੜਾ ਹੋਮਵਰਕ ਦਾ ਸਟਰਕਚਰ ਹੈ ਦੈਟ ਇਜ਼ ਸੈਲਫ ਇਵੈਲੂਏਟਿੰਗ, ਕਿ ਬੱਚਾ ਜੋ ਕਰਕੇ ਆਉਂਦਾ ਹੈ ਬੱਚਾ ਵੀ ਆਪ ਜੱਜ ਕਰ ਸਕਦਾ ਹੈ ਕਿ ਮੈਨੂੰ ਇੰਨਾ ਕੁ ਪੇਜ ਲਿਖਣ ਨੂੰ ਮਿਲਿਆ ਸੀ ਕਿ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ, ਤੇ ਉਹਦੇ ਪੇਰੈਂਟਸ ਵੀ ਇਵੈਲੂਏਟ ਕਰ ਸਕਦੇ ਨੇ। ਉਹ ਜਸਟ ਇਹ ਨਹੀਂ ਹੈ ਕਿ ਕਲਾਸ ਵਰਕ ਉੱਥੇ ਪੂਰਾ ਕਰਾਉਣਾ ਹੈ, ਉਹ ਜਸਟ ਇਵੈਲੂਏਸ਼ਨ ਹੈ ਬੱਚੇ ਦੀ ਕਿ ਉਹ ਕਲਾਸ 'ਚ ਕੀ ਪੜ੍ਹ ਕੇ ਗਿਆ, ਕਿ ਉਹ ਉਹਨੂੰ ਮੈਮੋਰਾਈਜ਼ ਹੋਇਆ ਕਿ ਨਹੀਂ ਹੋਇਆ। ਬੁੱਕਸ ਦੀ ਗੱਲ ਛੱਡ ਵੀ ਲਈ ਜਾਵੇ ਜੀ, ਤੇ ਨਵੀਂ ਟੈਕਨੋਲੋਜੀ ਬਹੁਤ ਆ ਗਈ, ਇਸ ਟੈਕਨੋਲੋਜੀ ਨੂੰ ਤੁਸੀਂ ਕਿਵੇਂ ਲੈ ਰਹੇ ਹੋ? ਅਸੀਂ ਇਸ ਟੈਕਨੋਲੋਜੀ ਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ। ਇੱਕ ਮੇਨ ਤੁਹਾਨੂੰ ਮੈਂ ਦੱਸ ਦੇਣਾ, ਬੀਇੰਗ ਡਾਕਟਰਸ, ਕਿਉਂਕਿ ਸਾਡੀ ਬੈਕਗ੍ਰਾਉਂਡ ਉਹ ਹੈ, ਬੱਚਿਆਂ ਦਾ ਸਕਰੀਨ ਟਾਈਮ ਅਸੀਂ ਲਿਮਿਟਾਈਜ਼ ਕਰਨਾ ਚਾਹੁੰਦੇ ਹਾਂ। ਠੀਕ ਹੈ। ਅਸੀਂ ਨਹੀਂ ਚਾਹੁੰਦੇ ਕਿ ਬੱਚੇ ਸਾਰਾ ਦਿਨ ਜੇ ਕੋਈ ਪੜ੍ਹਾਈ ਦਾ ਕੰਮ ਕਰਨਾ ਉਹ ਟੈਬਸ ਤੇ ਜਾਂ ਆਈਪੈਡਸ ਤੇ ਕਰੇ। ਦੇ ਸ਼ੁੱਡ ਯੂਜ਼ देयर ਨੋਟਬੁੱਕਸ ਐਂਡ ਪੈਨਸਲਸ। ਠੀਕ ਹੈ ਜੀ। ਸੇਮ ਕਨਸੈਪਟ ਹੈ ਸਕੂਲ ਦੇ ਵਿੱਚ ਵੀ ਇਨਕਲਕੇਟ ਕਰਨਾ ਕਿ they won't be allowed to use these items, tabs or screens। ਉਹਦੇ ਨਾਲੋਂ ਬੈਟਰ ਹੈ ਕਿ ਅਸੀਂ ਸਮਾਰਟ ਕਲਾਸਿਸ ਲੈ ਕੇ ਆਵਾਂਗੇ, ਸਮਾਰਟ ਸਕਰੀਨ ਬੋਰਡਸ ਹੋਣਗੇ, they'll be using those things। ਕਿਉਂਕਿ ਜਿਹੜਾ ਸਕਰੀਨ ਦਾ ਇੰਪੈਕਟ ਹੈ, ਅੱਜ ਬੱਚੇ ਛੋਟੇ ਨੇ, ਬੱਚਿਆਂ ਨੂੰ ਨਹੀਂ ਪਤਾ, ਡਾਊਨ ਦਾ ਲਾਈਨ 10 ਤੋਂ 20 ਸਾਲਾਂ ਬਾਅਦ ਉਹਨਾਂ ਦੀ ਆਈਜ਼ ਤੇ ਇੰਪੈਕਟ ਹੈ, ਉਹਨਾਂ ਦੀਆਂ ਗਰਦਨਾਂ ਤੇ ਇੰਪੈਕਟ ਹੈ, ਸਰਵਾਈਕਲ ਸਪੌਂਡਿਲਾਈਟਿਸ ਬਹੁਤ ਹੋ ਰਿਹਾ ਹੈਗਾ। ਪੇਰੈਂਟਸ ਕਈ ਵਾਰ ਸੋਚ ਰਹੇ ਜਾਂ ਸ਼ਾਇਦ ਇਹ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੈਗਾ। ਇਹ ਤੋਂ ਬਿਨਾਂ ਗੁਜ਼ਾਰਾ ਤੁਸੀਂ ਕੋਵਿਡ-19 ਜੀ ਦੇਖੋ, ਬੱਚਿਆਂ ਨੂੰ ਜਦੋਂ ਘਰ ਬੈਠ ਕੇ ਪੜ੍ਹਨਾ ਪਿਆ। ਕੋਵਿਡ ਇੱਕ ਐਕਸੈਪਸ਼ਨ ਹੈ ਜੀ, ਇਹ ਇੱਕ ਬਿਮਾਰੀ ਹੈ ਜੀ ਤੋਂ ਬਚਣ ਲਈ ਸਾਨੂੰ ਸਾਰੇ ਉਹ ਮੈਜਰਸ ਲੈਣੇ ਪਏ ਜਿਨ੍ਹਾਂ ਦਾ ਸਾਨੂੰ ਨੁਕਸਾਨ ਲੱਗਦਾ ਸੀ। ਇਸ ਤਰ੍ਹਾਂ ਵੀ ਇਹ ਕੰਟੀਨਿਊ ਹੋ ਜਾਣੇ ਹੁਣ। ਨਹੀਂ, ਇਹ ਕੰਟੀਨਿਊ ਨਹੀਂ ਹੁੰਦੇ ਜੀ। ਜਿਵੇਂ ਇੱਕ ਚੱਲਿਆ ਨਾ ਜੀ ਵੀ ਵਰਕ ਫਰਮ ਹੋਮ, ਇਸ ਤਰ੍ਹਾਂ ਹੀ ਮਤਲਬ ਜਿਹੜਾ ਹੈਗਾ ਰਿਮੋਟ ਸਟੱਡੀ ਦੀ ਗੱਲ ਕਰ ਰਹੇ ਹਾਂ। ਬਿਲਕੁਲ ਜੀ। ਕੋਵਿਡ ਵਾਰ ਲਾਈਕ ਸਿਚੁਏਸ਼ਨ ਸੀਗੀ, ਬਟ ਵੈਨ ਦਾ ਵਾਰ ਇਜ਼ ਓਵਰ ਥਿੰਗਸ ਕਮ ਡਾਊਨ। ਠੀਕ ਹੈ। ਬਹੁਤ ਸਾਰੇ ਪੇਰੈਂਟਸ ਹੈਗੇ ਜੀ ਜਿਹੜੇ ਕਈ ਵਾਰੀ ਪ੍ਰਾਈਵੇਟ ਸਕੂਲ ਚੂਜ਼ ਇਸ ਕਰਕੇ ਕਰਦੇ ਕਿ ਉਹਨਾਂ ਦੇ ਬੱਚੇ ਆਪਦੇ ਕਲਚਰ ਦੇ ਨਾਲ, ਆਪਦੇ ਧਰਮ ਦੇ ਨਾਲ ਜੁੜੇ ਰਹਿਣ। ਇਹੋ ਜਿਹੀਆਂ ਕੁਝ ਸਹੂਲਤਾਂ ਤੁਸੀਂ ਦੇ ਰਹੇ ਹੋ ਬੱਚਿਆਂ ਨੂੰ? ਦੇਖੋ, ਪਹਿਲੇ ਵਾਲੀ ਗੱਲ ਅਸੀਂ ਫਿਰ ਰਿਪੀਟ ਕਰ ਰਹੇ ਹਾਂ ਕਿ ਜਿਹੜਾ ਕਲਚਰ ਆ, ਇਟ ਇਜ਼ ਐਟ ਦਾ ਹੋਮ। ਸਕੂਲ ਦੇ ਵਿੱਚ ਕਲਚਰ ਹੋਊਗਾ ਕੈਨੇਡੀਅਨ ਕਲਚਰ ਹੋਊਗਾ, ਤਾਂ ਕਿ ਬੱਚੇ ਕੈਨੇਡੀਅਨ ਕਲਚਰ ਨੂੰ ਅਡਾਪਟ ਕਰਨ। ਜਿੱਥੇ ਮਲਟੀ ਕਲਚਰਲ ਅਸੀਂ ਕਹਿ ਰਹੇ ਹਾਂ, ਉੱਥੇ ਬੱਚੇ ਹਰ ਡਿਫਰੈਂਟ ਕਲਚਰ ਨੂੰ ਦੇਖਣਗੇ, ਉਹਨੂੰ ਸਿੱਖਣਗੇ, ਉਹਦੇ ਵਿੱਚ ਵਿਚਰਨਗੇ। ਪੰਜਾਬੀ ਕਲਚਰ ਜਾਂ ਸਪੈਸੀਫਿਕ ਕੋਈ ਵੀ ਕਲਚਰ ਜੇ ਪੇਰੈਂਟਸ ਨੇ ਸਿਖਾਉਣਾ ਚਾਹੁੰਦੇ ਨੇ ਬੱਚਿਆਂ ਨੂੰ ਨਾ, ਤੇ ਉਹ ਬੈਸਟ ਕੋਰਸਿਸ ਆਲਵੇਜ਼ ਐਟ ਹੋਮ, ਉਹ ਸਿੱਖਦੇ ਨੇ ਘਰਾਂ 'ਚ ਬੱਚੇ। ਠੀਕ ਹੈ ਨਾ। ਕੈਨੇਡੀਅਨ ਕਲਚਰ ਲੈ ਕੇ ਆਉਣ ਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਬੱਚਿਆਂ ਨੂੰ ਤੁਸੀਂ ਇੱਕ ਏਜ ਤੱਕ ਹੀ ਸਕੂਲਸ ਦੇ ਵਿੱਚ ਰੱਖ ਸਕਦੇ ਤੇ ਪੜ੍ਹਾ ਸਕਦੇ ਹੋ। ਉਸ ਤੋਂ ਬਾਅਦ 'ਚ ਦਾ ਵਰਲਡ ਇਜ਼ ਓਪਨ। ਉਹਨਾਂ ਨੇ ਉਹਨਾਂ ਮਲਟੀ ਕਲਚਰਲ ਬੱਚਿਆਂ ਦੇ ਵਿੱਚ ਹੀ, ਅਡਲਟਸ ਦੇ ਵਿੱਚ ਹੀ ਵਿਚਰਨਾ ਹੈ, ਮਲਟੀਨੈਸ਼ਨਲ ਕੰਪਨੀਜ਼ 'ਚ ਜਾਣਾ ਹੈ। ਜਿਹੜੀ ਤੁਸੀਂ ਬਾਈਲਿੰਗੁਅਲ ਦੀ ਗੱਲ ਕਰਦੇ ਹੋ, ਫ੍ਰੈਂਚ ਇਸ ਕੰਟਰੀ ਵਾਸਤੇ ਇੱਕ ਬੜੀ ਜ਼ਰੂਰੀ ਲੈਂਗੁਏਜ ਹੈ, ਅਸੀਂ ਉਹਨੂੰ ਇਨਕਲੂਡ ਕਰਕੇ ਚੱਲ ਰਹੇ ਹੈਗੇ ਆ। ਰੀਜ਼ਨ ਬੀਇੰਗ, ਕੱਲ ਨੂੰ ਜਦੋਂ ਜੌਬਸ ਹੁੰਦੀਆਂ ਬਾਇਲਿੰਗੁਅਲਸ ਨੂੰ ਪ੍ਰੈਫਰੈਂਸ ਮਿਲਦੀ ਆ, ਉਹ ਬਾਇਲਿੰਗੁਅਲ ਇੰਗਲਿਸ਼ ਤੇ ਫ੍ਰੈਂਚ ਹੁੰਦੀ ਹੈ, ਇੰਗਲਿਸ਼ ਤੇ ਪੰਜਾਬੀ ਨਹੀਂ ਹੁੰਦੀ। ਇਸ ਕਰਕੇ ਥੀਸ ਆਰ ਆਪਸ਼ਨਲ ਥਿੰਗਸ ਜਿਹੜੀਆਂ ਅਸੀਂ ਪੇਰੈਂਟਸ ਦੀ ਡਿਮਾਂਡ ਤੇ ਪ੍ਰੋਵਾਈਡ ਜ਼ਰੂਰ ਕਰਾਂਗੇ, ਪਰ ਮੇਨ ਕਰਿਕੂਲਮਸ ਅਸੀਂ ਉਹੀ ਲੈ ਕੇ ਚੱਲਾਂਗੇ ਜੋ ਇਸ ਕੰਟਰੀ ਨੂੰ ਸੂਟ ਕਰਦਾ ਹੈ। ਹੁਣ ਮੇਰਾ ਇਸ ਤੋਂ ਅਗਲਾ ਕੁਐਸਚਨ ਹੈਗਾ ਸੀਗਾ ਜੀ, ਜਦੋਂ ਤੁਸੀਂ ਬੇਸਿਕ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ, ਵੈਰੀ ਬੇਸਿਕ ਜਿਹੜੀ ਹੈ ਉਹ ਕੇਜੀ ਦੀ, ਕਿੰਡਰਗਾਰਟਨ ਦੀ ਗੱਲ ਹੈ। ਕਿੰਡਰਗਾਰਟਨ, ਹਾਂਜੀ। ਇਹ ਜਿਹੜਾ ਕਈ ਸਕੂਲਾਂ ਦੇ ਵਿੱਚ ਹੈ ਜੀ, ਵੈਸੇ ਮੈਨੀਟੋਬਾ ਵਿੱਚ ਹਾਫ ਡੇ ਹੁੰਦਾ, ਥੋੜਾ ਟਾਈਮ ਹੁੰਦਾ, ਮਾਰਨਿੰਗ ਟਾਈਮ ਜਾਂ ਕੁਝ ਕਲਾਸਿਸ ਜਿਹੜੀਆਂ ਹੈਗੀਆਂ ਆਫਟਰ ਰਿਸੈਸ ਜਾਂ ਲੰਚ ਟਾਈਮ ਤੇ ਹੁੰਦੀਆਂ। ਸਕੂਲ ਬੰਦ ਹੋਣ ਦਾ ਟਾਈਮ ਸਾਰਿਆਂ ਦਾ ਇੱਕੋ ਜਿਹਾ। ਇੱਥੇ ਜਿਹੜਾ ਇੱਕ ਹੋਰ ਇਹਦੇ ਨਾਲ ਜੁੜਦੀ ਗੱਲ, ਮੈਨੀਟੋਬਾ 'ਚ ਬੱਚੇ ਨੂੰ 6 ਸਾਲ ਦੀ ਉਮਰ ਦੇ ਵਿੱਚ ਸਕੂਲ ਲਿਆ ਜਾਂਦਾ, ਓਨਟਾਰੀਓ 'ਚ 5 ਸਾਲ ਦੇ ਨੂੰ ਲੈ ਲੈਂਦੇ। ਇੱਥੇ ਤੁਹਾਡਾ ਕੀ ਕ੍ਰਾਈਟੇਰੀਆ ਫਿਕਸ ਕੀਤਾ? ਸਾਡਾ ਕ੍ਰਾਈਟੇਰੀਆ ਦੇ ਵਿੱਚ ਇਹ ਹੈ ਜੀ ਕਿ ਸਕੂਲ ਫੁੱਲ ਟਾਈਮ ਹੋਊਗਾ, ਈਵਨ ਫॉर ਕਿੰਡਰਗਾਰਟਨ ਐਂਡ ਜੂਨੀਅਰ ਕਿੰਡਰਗਾਰਟਨ, ਜਿਹਨੂੰ ਆਪਾਂ ਨਰਸਰੀ ਕਹਿ ਦਿੰਦੇ ਆ। ਪੂਰਾ ਦਿਨ। ਸੋ 4 ਸਾਲ ਤੋਂ ਉੱਪਰ ਵਾਲੇ ਬੱਚੇ ਸਾਡੇ ਕੋਲੇ ਆ ਸਕਦੇ ਨੇ। 4 ਸਾਲ ਵਾਲਾ ਜਿਹਨੂੰ ਨਰਸਰੀ ਕਹਿ ਲਓ ਜਾਂ ਜੂਨੀਅਰ ਕਿੰਡਰਗਾਰਟਨ, 5 ਵਾਲਾ ਕਿੰਡਰਗਾਰਟਨ ਤੇ 6 ਵਾਲਾ ਗ੍ਰੇਡ 1। ਜਿਵੇਂ ਤੁਸੀਂ ਸਤੰਬਰ ਵਿੱਚ ਸ਼ੁਰੂ ਕਰੋਗੇ ਨਵੀਆਂ ਕਲਾਸਿਸ, ਜਦੋਂ ਨਵਾਂ ਸੈਸ਼ਨ ਸ਼ੁਰੂ ਹੁੰਦਾ, ਉਦੋਂ ਬੱਚਾ 4 ਸਾਲ ਕੰਪਲੀਟ ਕਰ ਚੁੱਕਾ ਹੋਵੇ। ਜਿਹੜਾ ਬੱਚਾ ਇਸ ਸਾਲ ਮਤਲਬ 4 ਸਾਲ ਦਾ ਹੋ ਜਾਊਗਾ ਜੀ, ਇਸ ਸਾਲ ਕਦੀ ਵੀ ਕਿਸੇ ਵੀ ਮੰਥ ਦੇ ਵਿੱਚ ਉਹ ਨਰਸਰੀ ਦੇ ਵਿੱਚ ਜਾਊਗਾ। ਜਿਹੜਾ 5 ਸਾਲ ਦਾ ਹੋ ਜਾਊਗਾ ਇਸ ਸਾਲ 'ਚ, ਮਤਲਬ ਜਨਵਰੀ ਤੋਂ ਲੈ ਕੇ 31 ਦਸੰਬਰ ਦੇ ਵਿੱਚ ਜਿਹੜਾ 5 ਸਾਲ ਦਾ ਟਰਨ ਹੋਊਗਾ ਇਸ ਸਾਲ ਬੱਚਾ, ਉਹ ਕੇਜੀ ਦੇ ਵਿੱਚ ਜਾਊਗਾ। ਉਹ ਕੇਜੀ 'ਚ ਜਾਊਗਾ, ਮਤਲਬ ਪਹਿਲਾਂ ਨਰਸਰੀ ਤੇ ਕੇਜੀ ਕਲਾਸਿਸ ਜਿਹੜੀਆਂ ਤੁਸੀਂ ਉਹਨੂੰ ਐਮਫਸਾਈਜ਼ ਕਰ ਰਹੇ ਹੋ, ਅਸੀਂ ਉਹ ਪ੍ਰੋਵਾਈਡ ਕਰ ਰਹੇ ਹਾਂ। ਬਿਲਕੁਲ ਜੀ, ਫੋਕਸ ਸਾਡਾ ਤਿੰਨੋਂ ਕਲਾਸਿਸ ਹੀ ਹੈ ਸਟਾਰਟਿੰਗ ਦੇ ਵਿੱਚ।
ਤੇ ਪ੍ਰੋਵਾਈਡ ਅਸੀਂ ਕਰ ਰਹੇ ਹਾਂ ਕਿ ਤਿੰਨੋਂ ਕਿਹੜੀਆਂ? ਇੱਕ ਤਾਂ ਨਰਸਰੀ ਹੋ ਗਈ, ਨਰਸਰੀ, ਕਿੰਡਰਗਾਰਟਨ ਤੇ ਗ੍ਰੇਡ 1 ਓਕੇ ਠੀਕ ਹੈ। ਉਹਦੇ ਉੱਪਰ ਸਬਜੈਕਟ ਟੂ ਦਾ ਕਲਾਸ ਸਾਈਜ਼ ਜੇ ਸਾਡੇ ਕੋਲ ਇੱਕ ਨੰਬਰ ਤੋਂ ਜ਼ਿਆਦਾ ਬੱਚੇ ਆ ਜਾਂਦੇ ਨੇ ਦੈਨ ਵੀ ਵਿਲ ਪ੍ਰੋਵਾਈਡ, ਕਿਉਂਕਿ ਸਾਡੇ ਕੋਲ ਕੁਐਰੀਜ਼ ਆ ਰਹੀਆਂ ਫੁੱਲ ਕਲਾਸ। ਪਬਲਿਕ ਸਕੂਲਾਂ ਦੇ ਵਿੱਚ ਬੱਚਿਆਂ ਦੀ ਕਲਾਸ ਦਾ ਸਾਈਜ਼ ਫਿਕਸ ਹੈ, ਤੁਸੀਂ ਵੀ ਫਿਕਸ ਰੱਖਿਆ ਹੈ? ਫਿਕਸ ਸਾਈਜ਼ ਹੁੰਦੇ ਨੇ ਜੀ, ਇਹ 20 to 25 ਸਟੂਡੈਂਟਸ ਪਰ ਕਲਾਸ, 20-25 ਮੈਕਸਿਮਮ 25 ਹੁੰਦੇ ਆ। ਉਹ ਬਿਟਵੀਨ 20-22 ਵੀ ਹੋ ਸਕਦੇ, 5 ਵੀ ਹੋ ਸਕਦੇ। ਕੋਈ ਇਸ ਤਰ੍ਹਾਂ ਦਾ ਵੀ ਤੁਸੀਂ ਕਰ ਰਹੇ, ਕੋਈ ਪੇਰੈਂਟਸ ਨੂੰ ਬੁਲਾਓਗੇ ਕਿ ਤੁਹਾਡੇ ਬੱਚੇ ਦੀ ਅਸੀਂ ਅਸੈਸਮੈਂਟ ਕੀਤੀ ਆ, ਉਹਦੇ ਇਹ ਰਿਜ਼ਲਟ ਹੈਗੇ ਆ, ਆਓ ਆਪਾਂ ਡਿਸਕਸ ਕਰੀਏ ਇਸ ਤਰੀਕੇ ਨਾਲ? ਪਹਿਲੇ ਵਾਲੀ ਗੱਲ ਕਿ ਇਵੈਲੂਏਸ਼ਨ ਅਗੇਨ ਟਾਈਮ ਐਂਡ ਅਗੇਨ ਉਹ ਬੱਚੇ ਦੀ ਪੇਰੈਂਟਸ ਦੇ ਨਾਲ ਬਿਲਕੁਲ ਜੀ, ਹਾਂ ਬਿਲਕੁਲ। ਉਹਨਾਂ ਦੀ ਟੀਚਰ ਮੀਟਿੰਗਸ ਹੋਣਗੀਆਂ ਜਿਹਦੇ ਵਿੱਚ ਟੀਚਰ ਪੇਰੈਂਟਸ ਨੂੰ ਉਹਨਾਂ ਦੇ ਬੱਚੇ ਦੀ ਜਿਹੜੀ ਕੁਆਲਿਟੀ ਅਸੈਸਮੈਂਟ ਹੈਗੀ ਆ ਉਹ ਪੂਰੀ ਐਕਸਪਲੇਨ ਕਰੂਗਾ ਜੀ, ਬੱਚੇ ਦੀਆਂ ਵੀਕਨੈਸਿਸ ਤੇ ਕੰਮ ਕੀਤਾ ਜਾਊਗਾ। ਇੱਕ ਗੱਲ ਜਿਹੜੀ ਮੈਂ ਪਰਸਨਲੀ ਮਹਿਸੂਸ ਕੀਤੀ ਸੀ, ਇੱਥੇ ਬੱਚੇ ਸਕੂਲ ਜਾਂਦੇ ਹੱਸ ਕੇ, ਹਾਂਜੀ, ਖੁਸ਼ ਹੋ ਕੇ ਜਾਂਦੇ, ਠੀਕ ਹੈ ਜੀ। ਉਹ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਸੋਚਦੇ ਆ ਵੀ ਖੇਡਣ ਨੂੰ ਮੌਕਾ ਮਿਲਣਾ, ਜਾ ਕੇ ਉੱਥੇ ਫਰੈਂਡ ਸਰਕਲ ਬਣ ਜਾਣਾ। ਖੇਡਣ ਨਾਲੋਂ ਅਗਰ ਜੋ ਅਸੀਂ ਇੱਥੇ ਦੇ ਸਕੂਲਾਂ ਦੇ ਵਿੱਚ ਦੇਖਿਆ ਹੈ ਦੈਟ ਇਜ਼ ਕਮੈਂਡੇਬਲ ਕਿ ਇੱਥੋਂ ਦਾ ਜਿਹੜਾ ਟੀਚਿੰਗ ਸਟਾਈਲ ਹੈਗਾ ਨਾ ਦੈਟ ਇਜ਼ ਵੈਰੀ ਪਲੇਫੁਲ। ਅਸੀਂ ਕਿਉਂਕਿ ਏਸ਼ੀਅਨ ਕਲਚਰ ਚੋਂ ਆਏ ਹੈਗੇ, ਅਸੀਂ ਆਪਦੇ ਸਕੂਲਾਂ 'ਚ ਉਹੀ ਇੱਕ ਤਰੀਕਾ ਦੇਖਿਆ ਹੋਇਆ ਪੜਾਉਣ ਦਾ ਜਿਹੜਾ ਕਿ ਸਾਰੇ ਬੱਚਿਆਂ ਨੂੰ ਅਸੈਪਟੇਬਲ ਨਹੀਂ ਹੁੰਦਾ, ਇਸ ਕਰਕੇ ਬੱਚੇ ਰੋਂਦੇ ਜਾਂਦੇ ਆ ਜਾਂ ਡਰਦੇ ਜਾਂਦੇ, ਰੋਂਦੇ ਆਉਂਦੇ। ਇਸ ਕਰਕੇ ਇੱਥੋਂ ਦੇ ਸਕੂਲਸ ਜਿਹੜੇ ਹੈਗੇ ਨੇਗੇ, ਜਿਹੜੇ ਇੱਥੋਂ ਦੇ ਪਬਲਿਕ ਸਕੂਲਸ ਨੇ, ਦੇ ਹੈਵ ਅ ਵੈਰੀ ਗੁੱਡ ਮੀਡੀਅਮ ਆਫ ਇੰਸਟਰਕਸ਼ਨ ਐਂਡ ਵੈਰੀ ਗੁੱਡ ਮੈਥਡੋਲੋਜੀ ਆਲਸੋ। ਇਹ ਨਹੀਂ ਹੈ ਕਿ ਉਹ ਆਪਦੇ ਬੱਚਿਆਂ ਨੂੰ ਨਹੀਂ ਪੜਾਉਂਦੇ ਹੈਗੇ, ਉਹਨਾਂ ਦੀਆਂ ਟੈਕਨੀਕਸ ਵੱਖਰੀਆਂ ਨੇ। ਸਾਡੇ ਬੱਚੇ ਕਈ ਵਾਰੀ ਉਸ ਟੈਕਨੀਕਸ ਦੇ ਵਿੱਚ ਨਹੀਂ ਢਲ ਪਾਉਂਦੇ, ਤਾਂ ਹੀ ਅਸੀਂ ਇਸ ਸਕੂਲ ਨੂੰ ਖੋਲ੍ਹਣ ਦਾ ਇੱਕ ਉਪਰਾਲਾ ਕੀਤਾ। ਚਲੋ ਹੁਣ ਗੱਲ ਸ਼ੁਰੂ ਕਰੀਏ ਜੀ ਉਸ ਤੋਂ ਅੱਗੇ ਦੀ, ਸਕੂਲ ਕਿੱਥੇ ਸ਼ੁਰੂ ਕਰਨਾ ਆਪਾਂ? ਸਕੂਲ ਸ਼ੁਰੂ ਹੋ ਰਿਹਾ ਜੀ ਪੰਜਾਬ ਕਲਚਰਲ ਸੈਂਟਰ, 1770 ਕਿੰਗ ਐਡਵਰਡ 1770 ਕਿੰਗ ਐਡਵਰਡ ਸਟਰੀਟ, ਵਿਨੀਪੈਗ ਦੇ ਵਿੱਚ। ਬੜਾ ਵੱਡਾ ਕੰਪਲੈਕਸ ਹੈ, ਕਾਫੀ ਵੱਡਾ ਖੁੱਲਾ ਕੰਪਲੈਕਸ ਹੈ ਜੀ, ਖੁੱਲੀ ਸਪੇਸ ਹੈ ਉੱਥੇ ਸਟੂਡੈਂਟਸ ਵਾਸਤੇ। ਬੱਚਿਆਂ ਨੂੰ ਲਿਆਉਣ ਵਾਸਤੇ ਟਰਾਂਸਪੋਰਟੇਸ਼ਨ ਫੈਸਿਲਿਟੀ ਅਵੇਲੇਬਲ ਆ ਆਲ ਓਵਰ ਵਿਨੀਪੈਗ, ਆਲ ਓਵਰ, ਜਿੱਥੇ ਮਰਜ਼ੀ ਬਿਲਕੁਲ ਸਿਟੀ ਦੇ ਕਿਸੇ ਕਾਰਨਰ ਤੇ ਵੀ ਹੋਵੇ ਤੁਸੀਂ ਉੱਥੇ ਪ੍ਰੋਵਾਈਡ ਕਰੋ। ਨੈਚੁਰਲੀ ਉਹ ਚਾਰजेस ਤਾਂ ਹੋਣਗੇ, ਨੈਚੁਰਲੀ ਜਿੰਨੇ ਚਾਰजेस ਪੈਣੇ ਨੇ ਨੋਮੀਨਲ ਉਹ ਪੈਣੇ। ਰਾਦਰ ਵੀ ਆਰ ਪਲੈਨਿੰਗ ਔਨ ਇਟ ਕਿ ਜਿਹੜੇ ਬੱਚੇ, ਕਿਉਂਕਿ ਦੇਖੋ ਇਹ ਕੰਟਰੀਜ਼ ਜਿਹੜੇ ਹੈਗੇ ਨੇ ਇਹ ਵਰਕ ਅਲਕੋਹਲਿਕ ਕੰਟਰੀਜ਼ ਨੇਗੇ ਤੇ ਮਦਰ ਫਾਦਰ ਦੋਨੋਂ ਕੰਮ ਕਰਦੇ ਨੇ। ਅਸੀਂ ਪ੍ਰੀ ਸਕੂਲ ਐਂਡ ਪੋਸਟ ਸਕੂਲ ਜਿਹੜਾ ਟਾਈਮ ਹੈ ਬੱਚੇ ਦਾ, ਜੇ ਉਹ ਐਡਜਸਟੇਬਲ ਹੋਊਗਾ, ਕਈ ਵਾਰੀ ਪੇਰੈਂਟਸ ਨੂੰ ਹੁੰਦਾ ਕਿ ਸਾਡਾ ਬੱਚਾ ਜੀ 1 ਘੰਟਾ ਜੇ ਲੇਟ ਆਵੇ ਤਾਂ ਅਸੀਂ ਉਸ ਟਾਈਮ ਘਰੇ ਪਹੁੰਚ ਜਾਂਦੇ ਹਾਂ। ਅਸੀਂ 1 ਘੰਟੇ ਵਾਸਤੇ ਕਿਸੇ ਦੀ ਆਬਲੀਗੇਸ਼ਨ ਨਹੀਂ ਲੈਣਾ ਚਾਹੁੰਦੇ ਹਾਂ ਵੀ ਬੱਚਾ ਕਿਹਦੇ ਕੋਲ ਸਟੇ ਕਰੇ। ਠੀਕ ਹੈ, we will try provide that facility। ਅਸੀਂ ਕਮਿਟ ਨਹੀਂ ਕਰਦੇ ਹੈਗੇ, ਪਰ ਡਿਪੈਂਡ ਕਰਦਾ ਕਿ ਬੱਚੇ ਸਾਡੇ ਕੋਲ ਕਿੱਥੋਂ ਦੇ ਆ ਜਾਂਦੇ ਨੇ। ਡੇ ਕੇਅਰ ਟਾਈਪ ਤੁਸੀਂ ਫੈਸਿਲਿਟੀ ਦੇ ਸਕਦੇ ਹੋ। ਹਾਂਜੀ, ਆਲਰੇਡੀ ਉਸ ਆਫਟਰ ਸਕੂਲ ਬੱਚੇ ਇੱਕ ਜਗ੍ਹਾ ਉੱਥੇ ਬੈਠੇ ਰਹਿ ਸਕਦੇ ਆ, ਉਹਨਾਂ ਵਾਸਤੇ ਪੇਰੈਂਟਸ ਜਦੋਂ ਮਰਜ਼ੀ ਉਹਨਾਂ ਨੂੰ ਪਿਕ ਕਰ ਸਕਦੇ ਆ। ਹਾਂਜੀ, ਐਂਡ ਇੱਕ ਬੜੀ ਪੋਜ਼ਿਟਿਵ ਗੱਲ ਹੈ ਕਿ ਉੱਥੇ ਇੱਕ ਡੇ ਕੇਅਰ ਆਲਰੇਡੀ ਉਸ ਬਿਲਡਿੰਗ 'ਚ ਚੱਲ ਰਿਹਾ ਆਲਰੇਡੀ ਹੈਗਾ। ਬਿਲਕੁਲ ਜੀ, ਉਹਦੇ ਨਾਲ ਪੇਰੈਂਟਸ ਨੂੰ ਤੇ ਸਪੌਟਸ ਮਿਲ ਸਕਦੇ ਨੇ, ਲੈ ਸਕਦੇ ਨੇ। ਉਹਨਾਂ ਨਾਲ ਤੁਹਾਡੀ ਕੋਆਰਡੀਨੇਸ਼ਨ ਜਿਹੜਾ ਐਗਜ਼ਿਸਟਿੰਗ ਡੇ ਕੇਅਰ ਹੈਗਾ ਉਹਦੇ ਨਾਲ ਬਣਾਈ ਰੱਖੋਗੇ ਜਾਂ ਸੈਪਰੇਟ ਹੋਏਗਾ? ਨਹੀਂ, ਉਹ ਆਪ ਇੱਕ ਸੈਪਰੇਟ ਐਂਟੀਟੀ ਹੈ। ਜੇ ਉਹਨਾਂ ਕੋਲ ਸਪੌਟਸ ਅਵੇਲੇਬਲ ਹੋਣਗੇ ਤਾਂ ਪੇਰੈਂਟਸ ਲੈ ਸਕਦੇ ਨੇ। ਮਤਲਬ ਵੀ ਡੋਨਟ ਹੈਵ ਅ ਟਾਈ ਅਪ ਵਿਦ them, ਪਰ देयर इज अ ਫੈਸਿਲਿਟੀ। ਠੀਕ ਹੈ। ਹੋਰ ਕਿਹੜੀ ਗੱਲ ਇਦਾਂ ਦੀ ਖਾਸ ਜਿਹੜੀ ਜੀ ਮੇਰੇ ਕੋਲੋਂ ਨਹੀਂ ਪੁੱਛੀ ਗਈ? ਮੈਂ ਸਵਾਲ ਤਾਂ ਬਹੁਤ ਪੁੱਛ ਲੈਂਦਾ ਹੁੰਦਾ, ਪਰ ਫਿਰ ਵੀ ਕਈ ਗੱਲਾਂ ਰਹਿ ਸਕਦੀਆਂ। ਤੁਸੀਂ ਸਕੂਲ ਬਾਰੇ ਕੋਈ ਹੋਰ ਡਿਫਰੈਂਟ ਗੱਲ ਜਿਹੜੀ ਕੋਈ ਮੈਂ ਨਹੀਂ ਪੁੱਛ ਸਕਿਆ ਉਹ ਦੱਸੋ। ਸਕੂਲ ਬਾਰੇ ਜੀ ਤੁਸੀਂ ਜਿਹੜੀ ਇੱਕ ਮੇਨ ਪਾਰਟ ਸੀ ਕਿ ਅਸੀਂ ਗ੍ਰੇਡ 1 ਲੈ ਕੇ ਜਾ ਰਹੇ ਹਾਂ, ਗ੍ਰੇਡ ਕਿੰਡਰਗਾਰਟਨ ਲੈ ਰਹੇ ਹਾਂ, ਗ੍ਰੇਡ 2 ਨਹੀਂ ਲੈ ਰਹੇ ਹਜੇ, ਹੈ ਨਾ। ਤੇ ਅਸੀਂ ਕੀ ਫੋਕਸ ਕਰਨਾ ਚਾਹੁੰਦੇ ਪਏ ਹਾਂ। ਜਿਹੜਾ ਬੇਸਿਕ ਸਾਡਾ ਅਕੈਡਮਿਕ ਫੋਕਸ ਹੈਗਾ ਸਕੂਲ ਦਾ, ਉਹਦੇ ਵਿੱਚ ਇਹ ਅਸੀਂ ਸਟੈਪ ਬਾਏ ਸਟੈਪ ਐਵਰੀ ਈਅਰ ਅਸੀਂ ਚਾਹੁੰਦੇ ਕਿ ਬੱਚਾ ਸਾਡੇ ਕੋਲ ਫਸਟ ਸਟੇਜ ਤੇ ਆ ਜਾਵੇ। ਅਸੀਂ ਇਹਨੂੰ ਬੂਟੇ ਦੀ ਤਰ੍ਹਾਂ ਸ਼ੁਰੂ ਤੋਂ ਹੀ ਪਾਲੀਏ, ਸਟੈਪ ਬਾਏ ਸਟੈਪ ਅੱਗੇ ਲੈ ਕੇ ਚੱਲੀਏ, ਤਾਂ ਕਿ ਗ੍ਰੇਡ 8 ਤੱਕ ਪਹੁੰਚਦੇ ਬੱਚੇ ਨੂੰ ਆਪਣੇ ਬਾਹਰਲੇ ਐਵੀਨਿਊਜ਼ ਦਾ ਪਤਾ ਹੋਵੇ। ਬਹੁਤ ਸਾਰੇ ਐਵੀਨਿਊਜ਼ ਨੇ ਜਿਹੜੇ ਸਕੂਲ ਦੇ ਵਿੱਚ ਇਨਕਲਕੇਟ ਨਹੀਂ ਕੀਤੇ ਜਾ ਸਕਦੇ, ਜਿਹੜੇ ਕੋਲੀਜੀਏਟਸ ਦੇ ਵਿੱਚ ਅਵੇਲੇਬਲ ਨੇ, ਯੂਨੀਵਰਸਿਟੀ ਆਫ ਵਿਨੀਪੈਗ 'ਚ ਨੇ, ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਨੇ। ਉਸ ਪਾਰਟ ਦੀ ਐਜੂਕੇਸ਼ਨ ਜਿਹੜੀ ਅਪਾਰਟ ਫਰੋਮ ਦਾ ਮੈਨੀਟੋਬਾ ਕਰਿਕੂਲਮ ਹੈ, ਅਪਾਰਟ ਫਰੋਮ ਆਵਰ ਕਲਚਰਲ ਐਜੂਕੇਸ਼ਨ ਹੈ, ਅਪਾਰਟ ਫਰੋਮ ਆਪਣੀ ਸਿੰਪਲ ਲੈਂਗੁਏਜ ਦੀ ਐਜੂਕੇਸ਼ਨ ਹੈ, ਉਹ ਤੋਂ ਬਿਨਾਂ ਇਹ ਐਜੂਕੇਸ਼ਨ ਕਿ ਕਿਹੜੇ ਅਵੇਲੇਬਲ ਫੀਲਡਸ ਨੇ ਅਗਲੇ ਟਾਈਮ ਦੇ ਵਿੱਚ ਬੱਚੇ ਲਈ। ਬਹੁਤ ਐਸੇ ਕਾਮਨਲੀ ਬੱਚਿਆਂ ਨੂੰ ਸਿਰਫ 2-4 ਫੀਲਡਸ ਦਾ ਪਤਾ ਹੁੰਦਾ। ਅਸੀਂ ਪ੍ਰੋਪਰ ਕਾਉਂਸਲਰ ਦੇਣੇ ਨੇ ਜਿਹੜੇ ਬੱਚਿਆਂ ਨੂੰ ਕਾਉਂਸਲਿੰਗ ਕਰਕੇ ਦੱਸਣਗੇ ਕਿ ਤੂੰ ਕੀ ਹੋਰ ਕਰ ਸਕਦਾ। ਤੂੰ ਕਮਰਸ ਦੇ ਵਿੱਚ ਜਾਂ ਰੋਬੋਟਿਕਸ ਦੇ ਵਿੱਚ ਜਾਂ ਜੈਨੇਟਿਕ ਇੰਜੀਨੀਅਰਿੰਗ ਦੇ ਵਿੱਚ
ਜਾਂ ਇਨਫੋ ਸਾਇੰਸਿਸ ਦੇ ਵਿੱਚ ਕਿੱਥੇ ਕਿੱਥੇ ਹੋ ਜਾ ਸਕਦੇ ਹੋ, ਰਾਦਰ ਦੈਨ ਕਿ ਮੈਂ ਸਿਰਫ ਡਾਕਟਰ ਬਣੂੰਗਾ ਜਾਂ ਮੈਂ ਇੰਜੀਨੀਅਰ ਬਣੂ ਜਾਂ ਮੈਂ ਨਰਸ ਬਣਨਾ ਹੈਗਾ, ਹੈ ਨਾ। ਸੋ ਉਹ ਪਾਰਟ ਅਸੀਂ ਇਹਦੇ ਵਿੱਚ ਇਨਕਲਕੇਟ ਕਰਨਾ ਉਸ ਕਾਉਂਸਲਰ ਦਾ। ਜਿਹੜੇ ਟੀਚਰਾਂ ਦੀ ਗੱਲ ਹੈ ਜੀ, ਵੀ ਟੀਚਰ ਹੋਣਗੇ, ਪ੍ਰਿੰਸੀਪਲ ਹੈ, ਵਾਈਸ ਪ੍ਰਿੰਸੀਪਲ ਹੈ, ਕਲਾਸ ਟੀਚਰ ਹੈਗੇ ਆ ਜਾਂ ਅਸਿਸਟੈਂਟ ਹੈਗੇ, ਇਦਾਂ ਦੀ ਗੱਲ, ਉਹਦੇ 'ਚ ਕਈ ਵਾਰੀ ਪੇਰੈਂਟਸ ਦਾ ਕੁਐਸਚਨ ਹੋ ਸਕਦਾ ਕਿ ਇਹ ਬੈਕ ਹੋਮ ਤੋਂ ਹੋ ਸਕਦਾ ਕੋਈ PhD ਕਰਕੇ ਆਇਆ ਹੋਵੇ, ਕੋਈ MA ਕਰਕੇ ਆਇਆ ਹੋਵੇ, B.Ed ਨਾਲ ਕੀਤੀ ਹੋਵੇ, ਇੱਥੋਂ ਵਾਲੇ ਜਿਹੜਾ ਸਿਸਟਮ ਹੈ ਉਹਨੂੰ ਅਪਰੂਵਲ ਦੇ ਦਿੰਦਾ ਕਿ ਠੀਕ ਹੈ ਜੀ ਤੁਸੀਂ ਐਲੀਜੀਬਲ ਹੋ। ਪਰ ਇੱਥੋਂ ਦੀ ਐਜੂਕੇਸ਼ਨ ਦਾ ਜਿਹੜਾ ਸਿਸਟਮ ਹੈ ਉਹ ਟੀਚਰ ਨੂੰ ਪਤਾ ਹੋਏਗਾ ਜਾਂ ਉਹਦੀ ਟ੍ਰੇਨਿੰਗ ਕਰਵਾਈ ਗਈ ਹੈ ਜਾਂ ਕੀ ਹੈ? ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਟੀਚਰ ਤੇ ਕਰਿਕੂਲਮ ਅਸੀਂ ਮੈਨੀਟੋਬਾ ਦਾ ਪ੍ਰਸਕ੍ਰਾਈਬਡ ਹੀ ਚੂਜ਼ ਕੀਤਾ ਹੈ, ਉਹੀ ਅਸੀਂ ਫੋਲੋ ਕਰ ਸਕਦੇ ਹਾਂ। ਸਾਰੇ ਟੀਚਰਸ ਸਰਟੀਫਾਈਡ ਹੋਣਗੇ। ਸਰਟੀਫਾਈਡ ਜਦੋਂ ਕੋਈ ਟੀਚਰ ਹੁੰਦਾ ਹੈ ਤਾਂ ਮੈਨੀਟੋਬਾ ਗਵਰਨਮੈਂਟ ਦਾ ਡਿਪਾਰਟਮੈਂਟ ਜਿਹੜਾ ਹੈਗਾ ਉਹਨਾਂ ਦੀ ਐਜੂਕੇਸ਼ਨ ਦੀ ਇਵੈਲੂਏਸ਼ਨ ਕਰਦਾ ਹੈ, ਫਿਰ ਉਹਨਾਂ ਨੂੰ ਇੱਕ ਲਾਇਸੈਂਸ ਮਿਲਦਾ ਹੈ ਕਿ ਤੁਸੀਂ ਇੱਥੇ ਪੜ੍ਹਾ ਸਕਦੇ ਹੋ। ਅਬਵ ਦੈਟ ਅਸੀਂ ਉਹ ਟੀਚਰਸ ਲੈ ਕੇ ਆਵਾਂਗੇ ਜਿਨ੍ਹਾਂ ਨੂੰ ਇੱਥੋਂ ਦੇ ਸਕੂਲਾਂ 'ਚ ਵੀ ਪੜ੍ਹਾਉਣ ਦਾ ਪ੍ਰਾਇਰ ਐਕਸਪੀਰੀਅੰਸ ਹੋਵੇ। ਬਿਲਕੁਲ। ਸਪੈਸੀਫਿਕਲੀ ਜੇ ਅਸੀਂ ਲੈਂਗੁਏਜ ਦੀ ਗੱਲ ਕਰਦੇ ਹਾਂ ਤਾਂ ਇੰਗਲਿਸ਼ ਵਾਸਤੇ ਸਾਡੀ ਪ੍ਰੈਫਰੈਂਸ ਇੱਕ ਇੰਗਲਿਸ਼ ਟੀਚਰ ਦੀ ਹੀ ਹੋਊਗੀ, ਤਾਂ ਕਿ ਸਾਡੇ ਛੋਟੇ ਬੱਚੇ ਜਿਹੜੇ ਹੈਗੇ ਨੇ, ਜਿਹੜੇ ਛੋਟੀਆਂ ਕਲਾਸਿਸ ਨੇ, ਉਹਨਾਂ ਦਾ ਇੰਗਲਿਸ਼ ਜਿਹੜੀ ਸਪੀਕਿੰਗ ਇੰਗਲਿਸ਼ ਹੈਗੀ ਹੈ ਜਿਹੜੀ ਉਹ ਸਪੈਸੀਫਿਕਲੀ ਇਸ ਕੰਟਰੀ ਦੇ ਅਕੋਰਡਿੰਗ ਹੀ ਡਿਵੈਲਪ ਹੋ। ਕਿਉਂਕਿ ਏਸ਼ੀਅਨਸ ਦੀ ਇੰਗਲਿਸ਼ ਮਾੜੀ ਨਹੀਂ ਹੈ, ਪਰ ਸਾਡਾ ਡਾਇਲੈਕਟ ਜਿਹੜਾ ਹੈ ਉਹਨਾਂ ਨਾਲੋਂ ਵੱਖਰਾ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਬਚਪਨ ਤੋਂ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਨ ਉਹ ਬਾਕੀ ਦੇ ਸਕੂਲਾਂ ਦੇ ਬੱਚਿਆਂ ਦੇ ਨਾਲ ਕੰਪੀਟ ਕਰ ਸਕਣ। ਉਹਦੇ ਲਈ ਲੈਂਗੁਏਜ ਦਾ ਸੇਮ ਹੋਣਾ, ਲੈਂਗੁਏਜ ਨੂੰ ਸਮਝਣਾ ਤੇ ਬੋਲਣਾ ਇੱਕੋ ਜਿਹਾ ਬਹੁਤ ਜ਼ਰੂਰੀ ਹੈ। ਜਿਹੜੇ ਬੱਚੇ ਇੱਥੋਂ ਦੇ ਬੋਰਨ ਆ ਜੀ ਉਹਨਾਂ ਦਾ ਬੋਲਣ ਦਾ ਤਰੀਕਾ ਹੀ ਹੋਰ ਡਿਫਰੈਂਟ ਹੈ। ਜਿਹੜੇ ਬੱਚੇ ਬੈਕ ਹੋਮ ਤੋਂ ਆਏ ਆ ਬਿਲਕੁਲ ਉਹਨਾਂ ਦਾ ਵੱਖਰਾ ਹੈਗਾ। ਉਹ ਠੀਕ ਆ 2 ਸਾਲ ਤੋਂ ਬਾਅਦ ਉਹ ਕਰ ਜਾਂਦੇ ਉਸ ਤਰੀਕੇ ਨਾਲ ਲਰਨ ਕਰਦੇ। ਜਿਹੜੇ ਬੱਚਿਆਂ ਨੂੰ ਇੱਥੋਂ ਦੇ ਜਿਹੜੇ ਟੀਚਰਸ ਹੈਗੇ ਇੰਗਲਿਸ਼ ਟੀਚਰਸ ਇੰਗਲਿਸ਼ ਟੀਚ ਕਰਦੇ ਨੇ ਉਹਨਾਂ ਦੀ ਸਪੋਕਨ ਇੰਗਲਿਸ਼ ਸੇਮ ਹੋ ਜਾਂਦੀ ਹੈ। ਦੈਟ ਇਜ਼ ਦਾ ਓਨਲੀ ਰੀਜ਼ਨ ਅਸੀਂ ਇੰਗਲਿਸ਼ ਵਾਸਤੇ ਟੀਚਰ ਇੱਥੋਂ ਦੇ ਹੀ ਰੱਖਾਂਗੇ। ਠੀਕ ਹੈ। ਕੋਈ ਹੋਰ ਇਹੋ ਜਿਹੀ ਕੋਈ ਖਾਸ ਤੁਸੀਂ ਸਮਝਦੇ ਹੋ ਕਿ ਇਹ ਦੂਸਰੇ ਪਬਲਿਕ ਸਕੂਲਾਂ ਦੇ ਨਾਲੋਂ ਜਾਂ ਪ੍ਰਾਈਵੇਟ ਸਕੂਲ ਹੋਰ ਵੀ ਹੈਗੇ ਆ, ਡਿਫਰੈਂਟ ਕਮਿਊਨਿਟੀਜ਼ ਨੇ ਆਪਣੇ ਆਪਣੇ ਸਕੂਲ ਬਣਾਏ ਹੋਏ ਆ, ਜਿਹੜੇ ਕਹਿ ਲਓ ਵੀ ਇੱਥੋਂ ਦੀ ਮੇਨ ਸਟਰੀਮ ਆ ਉਹਨਾਂ ਦੇ ਸਕੂਲ ਵੀ ਹੈਗੇ ਆ, ਕੁਛ ਅਬਰੀਜਨਲ ਹੈਗੇ ਆ, ਕੁਛ ਡਿਫਰੈਂਟ ਕੰਟਰੀਜ਼ ਤੋਂ ਲੋਕ ਜਿਹੜੇ ਆਏ ਉਹਨਾਂ ਨੇ ਆਪਣੇ ਸਕੂਲ ਬਣਾਏ ਹੋਏ ਆ। ਇੱਥੋਂ ਤੱਕ ਕਿ ਇੰਡੀਆ ਦੀਆਂ ਵੀ ਕੁਛ ਕਮਿਊਨਿਟੀਜ਼ ਇੱਦਾਂ ਦੀਆਂ ਹੈਗੀਆਂ, ਗੁਜਰਾਤੀ ਹੈ, ਤਮਿਲ ਹੈ, ਬੰਗਾਲੀ ਹੈਗੇ, ਉਹਨਾਂ ਨੇ ਵੀ ਆਪਣੇ ਸਕੂਲ ਇਸ ਤਰੀਕੇ ਦੇ ਬਣਾਏ ਹੋਏ। ਕੀ ਉਹਨਾਂ ਨਾਲੋਂ ਅਸੀਂ ਵੱਖਰਾ ਕੀ ਹੋਊਗਾ ਇਸ ਸਕੂਲ ਵਿੱਚ? ਇੱਕ ਚੀਜ਼ ਜਿਹੜੀ ਦੱਸਣਾ ਚਾਹੂੰਗਾ ਇਹਦੇ ਉੱਪਰ ਕਿ ਇੰਡੀਆ ਦੀ ਇੱਕ ਕੰਪਨੀ ਹੈ ਜੀ ਜ਼ੀ ਮੀਡੀਆ ਦੀ ਐਡੂਕੌਮ, ਅਸੀਂ ਉਹਨਾਂ ਨਾਲ ਟਾਈ ਅਪ ਕਰ ਰਹੇ ਹਾਂ ਜਿਹੜੇ ਸਾਨੂੰ ਸਮਾਰਟ ਕਲਾਸਿਸ ਪ੍ਰੋਵਾਈਡ ਕਰ ਰਹੇ। ਐਡੂਕੌਮ ਹੈ ਇੱਕ ਈਡਿਕਸ ਹੈ, ਮਤਲਬ ਈਡਿਕਸ ਉਹਨਾਂ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਸਮਾਰਟ ਕਲਾਸਿਸ ਲੈ ਕੇ ਆਉਂਦੇ ਹਾਂ। ਸਮਾਰਟ ਕਲਾਸਿਸ ਇਜ਼ ਨਾਟ ਜਸਟ ਓਨਲੀ ਸਮਾਰਟ ਬੋਰਡਸ ਜਾਂ ਸਾਡੇ ਕੋਲੇ ਕਹਿ ਲਓ ਕਿ ਪ੍ਰੋਜੈਕਟਰ ਲਾਏ ਤੇ ਸਮਾਰਟ ਬੋਰਡ। ਸਮਾਰਟ ਕਲਾਸ ਹੈਜ਼ ਅ ਮਟੀਰੀਅਲ ਜਿਹਦੇ ਵਿੱਚ ਉਹ ਪ੍ਰੋਪਰ ਸਟੱਡੀ ਮਟੀਰੀਅਲ ਦਿੰਦੇ ਨੇ। ਫੋਰ ਐਗਜ਼ਾਮਪਲ ਸਾਇੰਸ ਦਾ ਦਿੰਦੇ ਨੇ, ਜੇ ਬੱਚੇ ਨੂੰ ਅਸੀਂ anatomy ਦਾ ਬਾਰੇ ਕੁਝ ਦੱਸਣਾ, ਹਿਊਮਨ ਬਾਡੀ ਬਾਰੇ ਦੱਸਣਾ, ਦੈਟਸ ਆਲ 3 dimensional structure which they have done with specific softwares। ਉਹ ਸਪੈਸ਼ਲ ਕਲਾਸਿਸ ਲਈ ਬਣਦਾ, ਅਸੀਂ ਉਹ ਵੀ ਲੈ ਕੇ ਆ ਰਹੇ ਹਾਂ। ਰਾਦਰ ਉਹਨਾਂ ਨੇ ਉਹ ਆਪਦੇ ਪਹਿਲਾਂ ਟੀਚਰਸ ਤੋਂ ਇਵੈਲੂਏਟ ਕਰਾ ਕੇ ਹੀ ਬਣਾਇਆ ਹੋਇਆ ਮਟੀਰੀਅਲ ਹੈ ਸਾਰਾ, ਕਿ ਕਿੰਨੇ ਬੱਚੇ ਨੂੰ ਕਿਹੜਾ ਮਟੀਰੀਅਲ ਪੜਾਇਆ ਜਾ ਸਕਦਾ ਹੈ ਤੇ ਉਹ ਕਿੰਨੇ ਟਾਈਮ ਦੇ ਵਿੱਚ ਕਿਹੜਾ ਮਟੀਰੀਅਲ ਜਿਹੜਾ ਗ੍ਰੈਬ ਕਰ ਸਕਦਾ। ਬਿਲਕੁਲ ਬਿਲਕੁਲ। ਤੇ ਇਸ ਤਰ੍ਹਾਂ ਉਹਦੀ ਜੀ ਲਾਇਬ੍ਰੇਰੀ ਬੁੱਕ ਦੇ ਵਿੱਚ ਲਿਖਿਆ ਹੁੰਦਾ ਵੀ ਇਹ ਕਿਹੜੇ ਗ੍ਰੇਡ ਵਾਸਤੇ ਹੈ ਜਾਂ ਕਿੰਨੀ ਏਜ ਦੇ ਬੱਚੇ ਲਈ ਹੈਗੀ ਆ, ਇਸ ਤਰੀਕੇ ਨਾਲ ਹੁੰਦਾ। ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਹੈ ਜੀ। ਥੈਂਕ ਯੂ। ਲਾਸਟ ਚ ਕੁਐਸਚਨ ਜਿਹੜਾ ਹੈਗਾ ਉਂਝ ਹੈ ਪਰਸਨਲ ਜਿਹਾ ਹੀ, ਤੇ ਵੀ ਤੁਸੀਂ ਇੱਕ ਨਵਾਂ ਜਿਹੜਾ ਹੈਗਾ ਕਨਸੈਪਟ ਲੈ ਕੇ ਆਂਦਾ ਐਜੂਕੇਸ਼ਨ ਦੇ ਵਿੱਚ। ਤੁਸੀਂ ਸੋਚਿਆ ਕਿ ਇੱਕ ਐਜੂਕੇਸ਼ਨ ਦੇ ਵਿੱਚ ਜਿਹੜਾ ਥੋੜਾ ਜਿਹਾ ਖਲਾਅ ਹੈਗਾ ਉਹ ਖਲਾਅ ਨੂੰ ਭਰਿਆ ਜਾਵੇ, ਹਾਂਜੀ, ਔਰ ਇੱਕ ਸਾਡੇ ਘੱਟੋ ਘੱਟ ਕਮਿਊਨਿਟੀ ਦੇ ਵਿੱਚ ਇਹ ਗੱਲ ਜਾਵੇ ਕਿ ਕੈਨ ਏਸ਼ੀਆ ਸਕੂਲ ਹੈਗਾ ਆਪਣੇ ਆਪ ਵਿੱਚ ਯੂਨੀਕ ਸਕੂਲ ਹੈ, ਯੂਨੀਕ ਮੈਨੇਜਮੈਂਟ ਹੈ। ਮੈਨੇਜਮੈਂਟ ਦੇ ਵਿੱਚ ਤੁਹਾਡੀ ਫੈਮਿਲੀ ਦੇ ਬੰਦੇ ਹੋਰ ਹੋਣਗੇ, ਉਹਨਾਂ ਦੀ ਕੋਈ ਬੈਕਗ੍ਰਾਉਂਡ ਵੀ ਇਸ ਤਰੀਕੇ ਦੀ ਹੈਗੀ? ਦੇਖੋ ਜੀ, ਮੈਨੇਜਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੇਰੇ ਫਾਦਰ ਜਿਹੜੇ ਸਾਨੂੰ ਪੂਰੀ ਬੈਕ ਸਪੋਰਟ ਦੇ ਰਹੇ ਨੇ ਵੀ ਸਾਨੂੰ ਸਕੂਲ ਕਿਵੇਂ ਰਨ ਕਰਨਾ ਚਾਹੀਦਾ ਹੈ। ਉਹਨਾਂ ਦਾ 40 ਸਾਲ ਦਾ ਐਕਸਪੀਰੀਅੰਸ ਹੈ ਇਨ ਟੀਚਿੰਗ ਦੇ ਵਿੱਚ, ਠੀਕ, ਕਾਲਜ ਟੀਚਿੰਗ। ਜਿਹੜੇ ਅਸੀਂ ਪ੍ਰਿੰਸੀਪਲ ਅਪਾਇੰਟ ਕੀਤੇ ਨੇ ਉਹ ਡਾਕਟਰ ਸਾਹਿਬ ਦੇ ਵਾਈਫ ਨੇ, ਉਹਨਾਂ ਦਾ 15 ਸਾਲ ਦਾ ਟੀਚਿੰਗ ਐਕਸਪੀਰੀਅੰਸ ਹੈ। ਮੇਰਾ ਮੇਰੇ ਮਿਸਿਸ ਦਾ ਸਾਡਾ ਖੁਦ ਦਾ ਮੈਡੀਕਲ ਕਾਲਜ ਦੇ ਵਿੱਚ ਟੀਚਿੰਗ ਐਕਸਪੀਰੀਅੰਸ ਹੈ। ਸੋ ਅਸੀਂ ਸਾਰੇ ਹੀ ਟੀਚਿੰਗ ਐਕਸਪੀਰੀਅੰਸ ਦੇ ਨਾਲ ਚੱਲ ਰਹੇ ਹਾਂ। ਈਵਨ ਸਾਡੇ ਜਿਹੜੇ ਪਾਰਟਨਰ ਹੈਗੇ ਨੇ ਜੀ, ਡਾਕਟਰ ਮਨਦੀਪ ਬਸਰਾ, ਉਹ ਵੀ ਡਾਕਟਰ ਨੇ ਜੀ। ਇਸ ਕਰਕੇ ਸਾਡਾ ਸਾਰਿਆਂ ਦਾ ਸਾਰੀ ਮੈਨੇਜਮੈਂਟ ਹੀ ਜਿਹੜੀ ਹੈਗੀ ਉਹ ਐਜੂਕੇਟਡ ਹੈ। ਉਹ ਇਸ
ਲਾਈਨ ਦੇ ਫਾਲੋਅਰ ਨੇ ਕਿ ਐਜੂਕੇਸ਼ਨ ਇਜ਼ ਦਾ ਅਟਮੋਸਟ ਇੰਪੋਰਟੈਂਟ ਪਾਰਟ ਆਫ ਲਾਈਫ ਤੇ ਇਹ ਪ੍ਰੋਪਰ ਵੇ ਚ ਆਉਣੀ ਚਾਹੀਦੀ ਹੈ। ਬਿਲਕੁਲ ਠੀਕ ਹੈ ਜੀ, ਤੁਹਾਡੀ ਬੜੀ ਮਿਹਰਬਾਨੀ ਜੀ, ਤੁਸੀਂ ਟਾਈਮ ਕੱਢਿਆ ਔਰ ਆਪਣੀਆਂ ਗੱਲਾਂ ਦੱਸੀਆਂ ਹੈਗੀਆਂ। ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਆ। ਵਾਇਸ ਆਫ ਇੰਡੀਆ ਵੱਲੋਂ ਅਸੀਂ ਤੁਹਾਨੂੰ ਮੁਬਾਰਕਬਾਦ ਵੀ ਦਿੰਦੇ ਹਾਂ, ਬੈਸਟ ਵਿਸ਼ੇਸ ਸਾਡੇ ਵੱਲੋਂ। ਕਦੀ ਫਿਰ ਮੌਕਾ ਮਿਲਿਆ ਹੋਰ ਡਿਟੇਲ ਵਿੱਚ ਗੱਲਾਂ ਕਰਾਂਗੇ। ਅਜੇ ਸਕੂਲ ਦਾ ਸੈਸ਼ਨ ਸ਼ੁਰੂ ਹੋਣ 'ਚ ਟਾਈਮ ਹੈਗਾ, ਬਿਲਕੁਲ ਜੀ। ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਇੱਕ ਵਾਰੀ ਫਿਰ ਇਸ ਸਕੂਲ ਦੀ ਮੈਨੇਜਮੈਂਟ ਬਾਰੇ, ਸਕੂਲ ਬਾਰੇ, ਸਕੂਲ ਦੀ ਐਕਟੀਵਿਟੀਜ਼ ਬਾਰੇ ਕਿਹੋ ਜਿਹਾ ਹੋਏਗਾ ਸਾਰਾ ਕੁਝ ਫਿਰ ਅਸੀਂ ਸਭ ਦੇ ਸਰੋਤਿਆਂ ਨਾਲ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ ਸਰ।